रते इश्क खुदाए रंग दीदार के विसरिया जिन नाम ते पुए पार्थिए आप लिए लड़ लाए दर दरवेश से तिन धन जनेंदी माओ आए सफल से तिन धन जनेंदी माओ आए सफल से धन धन पिता धन धन कुल धन धन सो जननी जिन गुरु जणिया माए धन धन सो जननी जिन गुरु जणिया माए परम सन्मानी योग जुगो जुग टल चवर छत्र तखत दे मालिक दया सिंध कृपा निध गुरता गद्दी ते विराजमान सतगुरु धन धन आद साहिब श्री गुरु ग्रंथ साहिब महाराजियां दी पावन पवित्र हजूरी अंदर जुड़ बैठे सर्वत्र माई भाई बहुत वड्डियां भागां वाले हो जो शहीदां ਸਿੰਘਾਂ ਦੇ पावन पवित्र स्थान ते चल रहे महीनावारी इन्हां गुरमत समागमां विच हाज़रियां भर के लाहे प्राप्त कर रहे हो। अज दे ये विशेष गुरमत समागम उस महान शख्सियत नूं समर्पित हन जिस नूं इस धरती उत्ते गुरु दी सुपुत्री होण दा माण प्राप्त है और गुरु सुपुत्री तो बाद गुरु पत्नी होण दा माण मिलिया, फिर गुरु मां होण दा माण मिलिया, फिर गुरु दादी होण दा माण मिलिया, गुरु पड़दादी होण दा माण प्राप्त है और दसम पातशाह श्री गुरु गोबिंद सिंह महाराज जियां दे नक्कड़ दादी होण दा माण मिलिया। भाव धन धन माता भानी जियां नूं अज दे ये पावन पवित्र गुरमत समागम समर्पित हैं। श्री गुरु अमरदास महाराज सच्चे पातशाह जियां दे घर सन 1534 ईस्वी नूं नगर वासर के गिल
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਘਰ ਧੰਨ ਮਾਤਾ ਮਨਸਾ ਦੇਵੀ ਜੀ ਦੀ ਪਾਵਨ ਕੁੱਖ ਤੋਂ ਧੰਨ ਧੰਨ ਮਾਤਾ ਭਾਨੀ ਜੀ ਦਾ ਜਨਮ ਹੋਇਆ ਔਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀਆਂ 2 ਸਪੁੱਤਰੀਆਂ ਵਿੱਚੋਂ ਵੱਡੀ ਸਪੁੱਤਰੀ ਹੋਣ ਦਾ ਮਾਣ ਪ੍ਰਾਪਤ ਹੈ। ਅੱਜ ਆਪਾਂ ਉਸ ਮਹਾਨ ਸ਼ਖਸੀਅਤ ਨੂੰ ਯਾਦ ਕਰਨਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਬਖਸ਼ਿਸ਼ ਕਰਨ, ਆਪਾਂ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਹੋਵੇ। ਜਿੱਥੇ ਆਪਾਂ ਸਰੀਰ ਕਰਕੇ ਜੁੜੇ ਹਾਂ, ਅਰਦਾਸ ਕਰੀਏ ਸਤਿਗੁਰੂ ਸਾਨੂੰ ਸੁਰਤੀ ਕਰਕੇ ਵੀ ਆਪਣੇ ਚਰਨਾਂ ਵਿੱਚ ਜੋੜਨ। ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ, ਹਾਜ਼ਰੀ ਲਵਾਓ, ਅਸੀਸ ਬਖਸ਼ੋ। ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਸੀਸ ਝੁਕਾ ਕੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਲਸੀਦਾਸ ਸਨਾਤਨੀ ਮੱਤ ਦਾ ਇੱਕ ਵਿਦਵਾਨ ਹੋਇਆ। ਉਹਨੇ ਰਾਮ ਚਰਿਤ ਰਮਾਇਣ ਲਿਖੀ ਹੈ ਔਰ ਅੱਜ ਕੱਲ੍ਹ ਮੰਦਰਾਂ ਵਿੱਚ ਜਿਸ ਰਮਾਇਣ ਦੀ ਕਥਾ ਹੁੰਦੀ ਹੈ ਜਾਂ ਪਾਠ ਹੁੰਦਾ ਹੈ, ਉਹ ਤੁਲਸੀਦਾਸ ਜੀ ਦੁਆਰਾ ਰਚਿਤੀ ਹੋਈ ਰਾਮ ਚਰਿਤ ਰਮਾਇਣ ਹੈ। ਉਹਨੇ ਇੱਕ ਦੋਹਰਾ ਲਿਖਿਆ, ਜਨਨੀ ਜਣੈ ਤਾਂ ਭਗਤ ਜਣ, ਕਹਿ ਦਾਤਾ ਕੈ ਸੂਰ, ਨਾਹੇ ਤਾਂ ਜਨਨੀ ਬਾਂਝ ਰਹਿ, ਕਾਹੇ ਗਵਾਵੇ ਨੂਰ। ਜੇ ਕਿਸੇ ਮਾਈ ਨੇ ਕਿਸੇ ਬੱਚੇ ਨੂੰ ਜਨਮ ਦੇਣਾ ਹੈ, ਜਾਂ ਤਾਂ ਉਹਦੀ ਕੁੱਖ ਤੋਂ ਜਨਮ ਲੈਣ ਵਾਲਾ ਭਗਤ ਹੋਵੇ ਜਾਂ ਸੂਰਵੀਰ ਹੋਵੇ ਜਾਂ ਦਾਨੀ ਹੋਵੇ, ਨਹੀਂ ਤਾਂ ਉਹਦਾ ਇਸ ਧਰਤੀ ਉੱਤੇ ਬੱਚੇ ਨੂੰ ਜਨਮ ਦਿੱਤਾ ਹੋਇਆ ਵਿਅਰਥ ਹੈ। ਔਰ ਸਾਧ ਸੰਗਤ, ਧੰਨ ਮਾਤਾ ਭਾਨੀ ਜੀ ਦੀ ਪਾਵਨ ਕੁੱਖ ਤੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਪ੍ਰਕਾਸ਼ ਹੋਇਆ। ਗੁਰੂ ਅਰਜਨ ਦੇਵ ਮਹਾਰਾਜ ਰੱਬ ਦੀ ਭਗਤੀ ਵਿੱਚ ਇੰਨੇ ਵੱਡੇ ਭਗਤ ਹੋ ਨਿਬੜੇ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਵਿੱਚ ਤੇ ਰੱਬ ਵਿੱਚ ਕੋਈ ਭੇਦ ਨਾ ਰਿਹਾ। ਇਹ ਮਾਤਾ ਭਾਨੀ ਜੀ ਦੀ ਭਗਤੀ ਸੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਘਰ ਮਾਤਾ ਭਾਨੀ ਜੀ ਦੀ ਪਾਵਨ ਕੁੱਖ ਤੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦਾ ਪ੍ਰਕਾਸ਼ ਹੋਇਆ। ਮਾਤਾ ਭਾਨੀ ਜੀ ਦੀ ਦਿੱਤੀ ਹੋਈ ਸਿੱਖਿਆ ਸਦਕਾ ਇੱਕ ਦਿਨ ਦੁਨੀਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਪ੍ਰਤੱਖ ਰੱਬ ਕਹਿਣ ਲੱਗ ਪਈ। ਧਰਨ ਗਗਨ ਨਵ ਖੰਡ ਮੈਂ, ਜੋਤ ਸਭ ਰੂਪੀ ਰਹਿਓ ਭਰ, ਭੰਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਇੱਥੋਂ ਤੱਕ ਭੱਟ ਸਾਹਿਬਾਨਾਂ ਕਿਹਾ, ਦੁਨੀਆ ਦੇ ਲੋਕੋ, ਅੱਜ ਤੱਕ ਧਰਤੀ ਉੱਤੇ ਰੱਬ ਦੇ ਅਨੇਕਾਂ ਨਾਮ ਸੀ। ਕੋਈ ਰਾਮ ਜਪਦਾ ਸੀ, ਕੋਈ ਅੱਲਾ, ਕੋਈ ਵਾਹਿਗੁਰੂ, ਕੋਈ ਗੋਬਿੰਦ, ਕੋਈ ਗੋਪਾਲ, ਕੋਈ ਵਿਠਲ, ਕੋਈ ਧਰਨੀਧਰ, ਕੋਈ ਨਾਰਾਇਣ, ਕੋਈ ਹਰੀ ਹਰੀ ਜਪਦਾ ਸੀ। ਪਰ ਭਾਈ, ਇਸ ਧਰਤੀ ਉੱਤੇ ਹੁਣ ਰੱਬ ਦਾ ਇੱਕ ਨਾਮ ਹੋਰ ਪੈ ਗਿਆ। ਹੁਣ ਉਸ ਅਕਾਲ ਪੁਰਖ ਰੱਬ ਦਾ ਨਾਮ ਇੱਕ ਹੋਰ ਪੈ ਗਿਆ। ਉਹ ਨਾਮ ਕੀ ਹੈ ਭਾਈ? ਅੱਜ ਤੋਂ ਬਾਅਦ ਰੱਬ ਦਾ ਨਾਮ ਅਰਜਨ ਦੇਵ ਹੋ ਗਿਆ। ਜੇ ਕੋਈ ਧੰਨ ਗੁਰੂ ਅਰਜਨ ਦੇਵ ਜਪੇ, ਅਰਜਨ ਦੇਵ ਨਾਮ ਕਿਸੇ ਸਰੀਰ ਵਿਅਕਤੀ ਦਾ ਨਹੀਂ, ਅਰਜਨ ਦੇਵ ਨਾਮ ਹੁਣ ਪ੍ਰਤੱਖ ਰੱਬ ਦਾ ਹੋ ਗਿਆ। ਜਿਹੜਾ ਸੁਰਤ ਜੋੜ ਕੇ ਜਪ ਲੈ ਧੰਨ ਗੁਰੂ ਅਰਜਨ ਦੇਵ, ਉਹ ਵੀ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ। ਭੱਟ ਸਾਹਿਬਾਨਾਂ ਲਿਖਿਆ, ਤਤ ਵਿਚਾਰ ਜਹੈ ਮਥੁਰਾ, ਜਗ ਤਾਰਨ ਕਉ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ।
ਜਿਹਨੇ ਚਿੱਤ ਜੋੜ ਕੇ ਜਪਿਆ ਧੰਨ ਗੁਰੂ ਅਰਜਨ ਦੇਵ, ਉਹ ਵੀ ਬੰਦਾ ਜਨਮ ਮਰਨ ਤੋਂ ਮੁਕਤ। ਔਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਕਰਕੇ ਫਿਰ ਮਾਤਾ ਭਾਨੀ ਜੀ ਨੂੰ ਬਹੁਤ ਵੱਡਾ ਰੁਤਬਾ ਪ੍ਰਾਪਤ। ਕਿਉਂ ਭਾਈ? ਉਹਨੇ ਇੱਕ ਗੁਰੂ ਨੂੰ ਜਨਮ ਦਿੱਤਾ। ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਪਿਤਾ ਵੀ ਧਨ ਹੈ, ਜਿਸ ਕੁਲ ਵਿੱਚ ਗੁਰੂ ਜਨਮ ਲੈਂਦਾ ਉਹ ਕੁਲ ਵੀ ਧਨ ਹੈ। ਭਾਈ ਜਿਸ ਕੁੱਖ ਤੋਂ ਗੁਰੂ ਨੇ ਜਨਮ ਲਿਆ ਉਹ ਮਾਂ ਵੀ ਧਨ ਹੈ। ਜਿੱਥੇ ਜਾਏ ਵਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ RAM ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁਖ ਲਾਵਾ। ਜਦੋਂ ਗੱਲ ਗੁਰੂ ਦੇ ਜਨਮ ਦੀ ਆਈ, ਉਦੋਂ ਪਾਤਸ਼ਾਹ ਦੀ ਬਾਣੀ ਨੇ ਬਚਨ ਕਿਹਾ, ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਭਾਵ ਸੋਢੀਆਂ ਦੀ। ਧੰਨ ਧੰਨ ਪਿਤਾ, ਧੰਨ ਗੁਰੂ ਰਾਮਦਾਸ ਸਾਹਿਬ ਸੋਢੀ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਮਾਤਾ ਭਾਨੀ ਵੀ ਧੰਨ ਧੰਨ, ਕਿਉਂ? ਉਹਨਾਂ ਦੀ ਕੁੱਖ ਤੋਂ ਗੁਰੂ ਦਾ ਪ੍ਰਕਾਸ਼ ਹੋਇਆ। ਇੱਕ ਵਾਰ ਸਾਰੀ ਸੰਗਤ ਚਿੱਤ ਜੋੜ ਕੇ ਆਪਾਂ ਜਪੀਏ, ਕੋਈ ਵੀ ਰਸਨਾ ਬੰਝੀ ਨਾ ਰਵੇ। ਅਰਦਾਸ ਕਰੀਏ, ਪਾਤਸ਼ਾਹ ਸੁਰਤੀ ਕਰਕੇ ਸਾਡੇ ਕੋਲੋਂ ਜਪਾ ਲਿਓ। ਮਿਲ ਕੇ ਪਿਆਰ ਨਾਲ ਸਾਰੇ ਕਹੋ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ, ਜਪਿਓ ਜਿਨ। ਫਿਰ ਸੰਕਟ ਜੋਨ ਗਰਭ ਨਾ ਆਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ ਗਰਭ ਨਾ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ। ਤਤ ਵਿਚਾਰ ਜਹ ਮਥਰਾ, ਤਤ ਵਿਚਾਰ ਜਹ ਮਥਰਾ, ਤਤ ਵਿਚਾਰ ਜਹ ਮਥ, ਤਤ ਵਿਚਾਰ। ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਜਗ ਤਾਰਨ ਕੋ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ। ਫਿਰ ਸੰਕਟ ਜੋਨ ਗਰਭ ਨਾ ਆਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ। ਫਿਰ ਸੰਕਟ ਜੋਨ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਸਰ ਕੇ ਗਿੱਲ ਨਗਰ ਵਿਖੇ ਧੰਨ ਮਾਤਾ ਭਾਨੀ ਜੀ ਦਾ ਜਨਮ ਹੋਇਆ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਖਡੂਰ ਸਾਹਿਬ ਦੀ ਧਰਤੀ ਉੱਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ ਵਿੱਚ ਸੇਵਾ ਕਰ ਰਹੇ ਸੀ। 12 ਸਾਲ ਸੇਵਾ ਪੂਰੀ ਹੋਣ ਤੋਂ ਬਾਅਦ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਹੁਕਮ ਕੀਤਾ, ਕਹਿੰਦੇ ਬਾਬਾ ਅਮਰਦਾਸ ਜੀ, ਗੋਇੰਦੇ ਖੱਤਰੀ ਨੇ ਜ਼ਮੀਨ ਦਿੱਤੀ ਹੈ, ਆਪਾਂ ਉਹਦੀ ਜ਼ਮੀਨ ਵਿੱਚ ਨਗਰ ਵਸਾਉਣਾ। ਤੁਸੀਂ ਜਾਓ ਗੋਇੰਦੇ ਖੱਤਰੀ ਦੀ ਜ਼ਮੀਨ ਵਿੱਚ ਨਗਰ ਵਸਾਓ। ਉਸ ਨਗਰ ਦਾ ਨਾਮ ਪਾਤਸ਼ਾਹ ਨੇ ਫਿਰ ਰੱਖਿਆ ਗੋਇੰਦਵਾਲ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਨਗਰ ਵਾਸਰ ਕੇ ਗਿੱਲ ਤੋਂ ਕਈ ਪਰਿਵਾਰ ਲਿਆ ਕੇ ਗੋਇੰਦਵਾਲ ਸਾਹਿਬ ਵਸਾਏ। ਆਪ ਵੀ ਧੰਨ ਗੁਰੂ ਅਮਰਦਾਸ ਮਹਾਰਾਜ ਇੱਥੇ ਸੇਵਾ ਕਰਾਉਂਦੇ ਰਹੇ। ਉਹਨਾਂ ਪਰਿਵਾਰਾਂ ਵਿੱਚ ਇੱਕ ਬਜ਼ੁਰਗ ਮਾਈ ਰੱਖੀ ਮਾਈ ਤੇ ਉਹਦਾ ਸਾਧ ਸੰਗਤ ਇੱਕ ਦੋਤਰਾ
ਜਿਹਨੂੰ ਭਾਈ ਜੇਠਾ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਨੇ, ਉਹ ਵੀ ਪਾਤਸ਼ਾਹ ਨੇ ਪਰਿਵਾਰ ਲਿਆ ਕੇ ਵਸਾਇਆ ਔਰ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਸਭ ਨੂੰ ਕਿਰਤ ਕਰਨ ਵਾਸਤੇ ਪਾਤਸ਼ਾਹ ਨੇ ਜੋੜਿਆ। ਸਾਧ ਸੰਗਤ, ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਸੇਵਾ ਮਾਤਾ ਭਾਨੀ ਕਰਦੇ ਰਹੇ। ਕਿਉਂ? ਇੱਕੋ ਚਿੱਤ ਵਿੱਚ ਸੀ ਕਿ ਮੇਰੇ ਪਿਤਾ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਗੁਰੂ ਅੰਗਦ ਦੇ ਮਹਾਰਾਜ ਦੀ ਸੇਵਾ ਕੀਤੀ ਹੈ, ਔਰ ਸੇਵਾ ਕਿਸ ਤਰ੍ਹਾਂ ਕੀਤੀ ਹੈ ਉਹਦਾ ਪ੍ਰਭਾਵ ਫਿਰ ਪਰਿਵਾਰ ਉੱਤੇ ਪਿਆ। ਇਹ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹੇਗਾ। ਜਿਸ ਤਰ੍ਹਾਂ ਦੇ ਆਪਾਂ ਕਰਮ ਕਰਾਂਗੇ, ਡੈਫੀਨੇਟ ਉਹਦਾ ਪ੍ਰਭਾਵ ਤੁਹਾਡੇ ਬੱਚਿਆਂ ਤੇ ਪੈਂਦਾ। ਹਰ ਰੋਜ਼ ਸਵੇਰੇ ਨਿਤਨੇਮ ਕਰੋਗੇ, ਤੁਹਾਡੇ ਬੱਚੇ ਵੇਖਦੇ ਨੇ, ਇਹਦਾ ਮਤਲਬ ਜਪਜੀ ਸਾਹਿਬ ਪੜ੍ਹਨਾ ਕੋਈ ਜ਼ਰੂਰੀ ਹੈ। ਤਾਈਓ ਮੇਰੀ ਮਾਂ ਹਰ ਰੋਜ਼ ਗੁਟਕਾ ਲੈ ਕੇ ਜਪਜੀ ਸਾਹਿਬ ਦਾ ਪਾਠ ਕਰਦੀ ਹੈ। ਜੇ ਤੁਸੀਂ ਚਿੱਤ ਵਿੱਚ ਕਹੋਗੇ ਵੀ ਕੋਈ ਗੱਲ ਨਹੀਂ, ਇੱਕ ਦਿਨ ਪੜ੍ਹ ਲਿਆ, 2 ਦਿਨ ਛੱਡ ਦਿੱਤਾ, ਬੱਚੇ ਵੀ ਸਮਝਣਗੇ ਕੰਮ ਕੋਈ ਜ਼ਰੂਰੀ ਨਹੀਂ ਹੈ। ਕਿਉਂਕਿ ਜਿਸ ਤਰ੍ਹਾਂ ਦਾ ਆਪਾਂ ਜੀਵਨ ਬਤੀਤ ਕਰ ਰਹੇ ਹਾਂ, ਉਹਦਾ ਸਾਧ ਸੰਗਤ ਕੁਝ ਨਾ ਕੁਝ ਪਰਸੈਂਟ ਜਿਹੜਾ ਹਿਸਾਬ ਅੰਦਰ ਦਾ ਅਸਰ ਹੈ, ਉਹ ਡੈਫੀਨੇਟ ਤੁਹਾਡੇ ਬੱਚਿਆਂ ਤੇ ਪੈਂਦਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਪੂਰੀ ਸਿੱਖਿਆ ਔਰ ਸੇਵਾ ਦਾ ਅਸਰ ਮਾਤਾ ਭਾਨੀ ਤੇ ਸੀ। ਗੁਰਮਤਿ ਦਾ ਇੱਕ ਕਥਨ ਹੈ, ਪਿਓ ਦਾ ਪ੍ਰਭਾਵ ਧੀ ਤੇ ਰਹਿੰਦਾ ਹੈ, ਮਾਂ ਦਾ ਪ੍ਰਭਾਵ ਪੁੱਤਰ ਤੇ ਰਹਿੰਦਾ ਹੈ। ਇਸੇ ਲਈ ਸਾਧ ਸੰਗਤ, ਮਾਂ ਜਦੋਂ ਜ਼ਿਆਦਾ ਮਮਤਾ ਜਤਾ ਦਿੰਦੀ ਹੈ, ਮਾਫ ਕਰਿਓ, ਪੁੱਤਰ ਦੇ ਵਿਗੜਨ ਦੀ ਸੰਭਾਵਨਾ ਰਹਿੰਦੀ ਹੈ। ਪਿਓ ਵੀ ਆਪਣੀ ਭਾਵਨਾ ਅੰਦਰ ਦੀ ਮੋਹ ਧੀ ਉੱਤੇ ਰੱਖਦਾ, ਪਰ ਸਾਧ ਸੰਗਤ ਧੀ ਦੇ ਉੱਤੇ ਪਿਓ ਦਾ ਪ੍ਰਭਾਵ ਰਹਿੰਦਾ। ਕਿਉਂ? ਇਹ ਕੁਦਰਤੀ ਤੌਰ ਤੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਮੋਹ ਦੀਆਂ ਤੰਦਾਂ ਜੁੜੀਆਂ ਨੇ। ਧੀ ਪਿਓ ਨੂੰ ਵੱਧ ਪਿਆਰ ਕਰੇਗੀ, ਔਰ ਸਾਧ ਸੰਗਤ ਪੁੱਤ ਪਿਓ ਨਾਲੋਂ ਵੱਧ ਮਾਂ ਨੂੰ ਕਰਦਾ। ਪਾਤਸ਼ਾਹ ਨੇ ਬਾਣੀ ਅੰਦਰ ਕਿਹਾ, ਬਾਲ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਭਾਈ। ਜਿੰਨਾ ਪਿਆਰ ਪਿਓ ਆਪਣੀ ਧੀ ਨੂੰ ਕਰਦਾ, ਇੰਨਾ ਸਾਧ ਸੰਗਤ ਮਾਫ ਕਰਿਓ ਪਿਓ ਪੁੱਤ ਨੂੰ ਪਿਆਰ ਨਹੀਂ ਕਰਦਾ। ਭਾਵੇਂ ਪੁੱਤ ਵੀ ਉਹਨੂੰ ਪਿਆਰਾ ਹੁੰਦਾ, ਪਰ ਪੁੱਤਾਂ ਨਾਲੋਂ ਵੱਧ ਪਿਓ ਨੂੰ ਧੀ ਨਾਲ ਪਿਆਰ ਹੈ। ਕਦੇ ਤੁਸੀਂ ਵੇਖਿਓ, ਪਿਓ ਗੁੱਸੇ ਵਿੱਚ ਆ ਕੇ ਪੁੱਤ ਦੇ ਤਾਂ ਥੱਪੜ ਮਾਰ ਸਕਦਾ, ਪਰ ਕਿਸੇ ਪਿਓ ਦੇ ਹੱਥ ਵਿੱਚ ਤਾਕਤ ਨਹੀਂ, ਉਹ ਧੀ ਦੇ ਉੱਤੇ ਹੱਥ ਚੁੱਕ ਲੈ। ਪਿਓ ਤੇ ਧੀ ਦਾ ਪਿਆਰ ਹੀ ਇਸ ਤਰ੍ਹਾਂ ਦਾ ਹੈ। ਪਾਤਸ਼ਾਹ ਨੇ ਬਚਨ ਕਿਹਾ, ਬਾਲ ਕੰਨਿਆ ਕੋ ਬਾਪ ਪਿਆਰਾ, ਭਾਈ ਕੋ ਅਤ ਭਾਈ। ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਸੇਵਾ ਸਿਮਰਨ ਦਾ ਪ੍ਰਭਾਵ ਮਾਤਾ ਭਾਨੀ ਜੀ ਦੇ ਜੀਵਨ ਤੇ ਰਿਹਾ। ਸਭ ਕੁਝ ਸਿੱਖਿਆ ਕਿਵੇਂ ਗੁਰੂ ਅਮਰਦਾਸ ਮਹਾਰਾਜ ਨੇ ਸੰਸਾਰ ਦੇ ਲੋਕਾਂ ਦੀ ਲਾਜ ਛੱਡ ਕੇ ਸੇਵਾ ਕੀਤੀ ਹੈ। ਇਹ ਬੇਨਤੀ ਮੈਂ ਕਈ ਵਾਰ ਲਾਈਵ ਤੋਂ ਕਈ, 2 ਚੀਜ਼ਾਂ ਨੇ, ਇੱਕ ਸੇਵਾ, ਇੱਕ ਸਿਮਰਨ। ਸਿਮਰਨ ਤੁਹਾਡਾ ਇੰਡੀਵਿਜੂਅਲ ਹੋਮਵਰਕ ਹੈ, ਤੁਸੀਂ ਕਿੰਨਾ ਕਰ ਰਹੇ ਹੋ, ਕਿੰਨੇ ਵਜੇ ਉੱਠਦੇ ਹੋ। ਸਿਮਰਨ ਇਕੱਲਿਆਂ ਬਹਿ ਕੇ ਕੀਤਾ ਜਾ ਸਕਦਾ ਹੈ। ਬਾਣੀ ਪੜ੍ਹਨੀ ਹੈ, ਤੁਸੀਂ ਅਲੱਗ ਇਕੱਲੇ ਬਹਿ ਕੇ ਪੜ੍ਹ ਸਕਦੇ ਹੋ। ਪਰ ਜਦੋਂ ਗੱਲ ਸੇਵਾ ਦੀ ਆਉਣੀ ਹੈ, ਉਦੋਂ ਤੁਹਾਡਾ ਸੰਬੰਧ ਕਿਸੇ ਦੂਜੇ ਨਾਲ ਪੈਣਾ। ਜੋੜਿਆਂ ਦੀ ਸੇਵਾ ਕਰਨੀ ਹੈ, ਸੰਗਤ ਜੋੜੇ ਲਿਆਉਣਗੇ ਤਾਂ ਸੇਵਾ ਕਰੋਗੇ। ਲੰਗਰ ਦੀ ਸੇਵਾ ਕੋਈ ਛਕਣ ਵਾਲਾ ਵਰਤਾਓਗੇ। ਲੰਗਰ ਦੀ ਸੇਵਾ ਕਿਸੇ ਨੇ ਪ੍ਰਸ਼ਾਦਾ ਛਕਿਆ, ਉਹਦੇ ਥਾਲ ਧੋਵੋਗੇ। ਸੇਵਾ ਦਾ ਸੰਬੰਧ ਦੂਜੇ ਸਰੀਰਾਂ ਨਾਲ ਰਹਿੰਦਾ ਹੈ। ਸਿਮਰਨ ਦਾ ਸੰਬੰਧ ਤੁਹਾਡਾ ਸਿਰਫ ਅਕਾਲ ਪੁਰਖ ਵਾਹਿਗੁਰੂ ਨਾਲ ਇੰਡੀਵਿਜੂਅਲ ਆਪਣੇ। ਔਰ ਸਾਧ ਸੰਗਤ, ਅਸਲ ਵਿੱਚ ਸੇਵਾ ਕਰਨੀ ਸਿਮਰਨ ਨਾਲੋਂ ਵੀ ਔਖੀ ਹੈ। ਭਾਵੇਂ ਪਾਤਸ਼ਾਹ ਨੇ 2 ਕੰਮ ਔਖੇ ਕਹੇ ਨੇ। ਪਹਿਲਾ ਕੰਮ ਕਿਹਾ ਸਿਮਰਨ ਔਖਾ ਹੈ, ਕਿਉਂਕਿ ਚੌਂਕੜਾ ਮਾਰ ਕੇ ਬਹਿਣਾ ਬਹੁਤ ਔਖਾ ਹੈ। ਅੱਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਓ। ਨਾਮ ਜਪਣਾ ਵੀ ਔਖਾ ਹੈ, ਉਤੋਂ ਔਖਾ ਸਤਿਗੁਰ ਕੀ ਸੇਵਾ ਗਾਖੜੀ। ਸਿਰ ਦੀਜੈ ਆਪ ਗਵਾਏ। ਸੇਵਾ ਔਖੀ ਕਠਨ ਇਸ ਲਈ ਹੈ ਕਿਉਂਕਿ ਸੇਵਾ ਕਰਦਿਆਂ ਆਪਾਂ ਗਵਾਉਣਾ ਪੈਂਦਾ। ਤੁਹਾਡਾ ਦੂਜੇ ਨਾਲ ਸੰਬੰਧ ਹੈ, ਔਰ ਦੂਜਾ ਬੰਦਾ ਤੁਹਾਡੀ ਸੇਵਾ 'ਚ ਨੁਕਸ ਕੱਢ ਸਕਦਾ ਹੈ। ਦੂਜਾ ਬੰਦਾ ਤੁਹਾਨੂੰ ਟੋਕ ਸਕਦਾ ਹੈ। ਦੂਜਾ ਬੰਦਾ ਤੁਹਾਡੀ ਸੇਵਾ 'ਚ ਰੁਕਾਵਟ ਵੀ ਪਾ ਸਕਦਾ ਹੈ। ਸੇਵਾ ਕਰਦੇ ਆ, ਤੁਹਾਨੂੰ ਜ਼ਰੂਰੀ ਨਹੀਂ ਕਿ 100 ਬੰਦੇ ਵਿੱਚੋਂ 100 ਬੰਦਾ ਕਵੇ ਸੇਵਾ ਬਹੁਤ ਵਧੀਆ ਹੈ। ਹੋ ਸਕਦਾ 95 ਵਧੀਆ ਕਹਿਣ ਤੇ 5 ਉਹ ਵੀ ਕਹਿਣ ਵਿਆਹ ਕਾਦੀ ਸੇਵਾ ਕਰਦੇ ਹੋ। 5 ਜਣੇ ਇਹ ਵੀ ਕਹਿਣ ਸੇਵਾ ਸਹੀ ਨਹੀਂ ਕਰ ਰਹੇ।
5 जने ये भी कहण के बिचों खा गए हो, चोर इकट्ठे होए ने, कद सेवा कर रहे हैं। साध संगत उत्थे दूजे नाल संबंध है, सेवा ही असल विच कीते सिमरन दी प्रिख है। जदों तुसीं दूजियां दे बोल जरन लग जाओ उदों तुहाडा स्टेटस वधना शुरू हुंदा है। सेवा विच जरन शक्ति आउंदी है, सेवा विच सहनशीलता हुंदी है, सेवा अंदर सिमरन दी कीती होई पेशेंस दी प्रिख्या है। ਤੁਹਾਨੂੰ सेवा करदਿਆਂ कोई माड़ा भी कह सकता है, उदों तुसीं ਉਹ माड़े बोल भी जरने ने, फिर वो सेवा की ਪ੍ਰੀਖਿਆ जो पास ਹੁੰਦਾ है। श्री गुरु अमरदास महाराज 12 साल गागर ढोंदे रहे, लंगर ਵਿੱਚ सेवा करते रहे, झाड़ू दिंदे रहे। सारे लोगों ने सही नहीं कहा बाबे अमरदास। अनेकां लोग मूँह ते नहीं पिठ पिछे कहते सन, बुढ़े वेले कुड़मां दे घर गागर ढोंदा, दसो इनू लाज नहीं आ रही। सामने कुड़मणी लंगर बनाउंदी है, कुड़मणी दे सामने झाड़ू दई जा रहा है। हुण तुसीं भी परिवारां वाले बैठे हो, कोई कुड़मां दे घर जाके झाड़ू दिंदा है, कुड़मणी दे सामने कोई कपड़े धोंदा है, कोई झाड़ू दिंदा है। श्री गुरु अमरदास महाराज जी ने रंचक मन विच परवाह ना कीती। एक पासे सामने धन माता खीवी जी सेवा करते ने, दूजे पासे दुनिया दी लोग लाज त्याग के झाड़ू दे रहे ने। बुढ़े वेले 65 साल की उम्र है, बाबा अमरदास झाड़ू फेरते ने। ये नहीं चित्त विच लिआंदा मेरी कुड़मणी की कहेगी, लोकी की कहणगे। लोकां दी परवाह छड्ड दित्ती। सैकड़े लोग मूँह ते नहीं पिठ पिछे कहंदे रहे, बुढ़े वेले देखो अमरदास कुड़मां दे बैठा, इनू लाज होनी चाहिए, इनू लाज होनी चाहिए। इत्थों तक साध संगत वो लोगों के अंदर दी गल एक दिन प्रगट भी हो गई। जिदन जुलाहे दे घर वाली ने कहा जी छड्डो ये अमरू निथामा होना, बुढ़े वेरे कुड़मां दे घर बैठे, उम्र 72 साल तो टप गई है, ये कुड़मां दे घर झाड़ू दिंदा, गागरां ढोंदा। जिदन लोगों की लाज त्याग दित्ती, उदन चेते रखियो साध संगत, गुरु ने बाबा अमरदास नूं गुरु अमरदास बना दिता। जिन्हों लोग अमरू निथामा कहंदे सन, जिन्हों कहंदे सन लाज नहीं, एक दिन ओदे चरनां 'च दुनिया झुक के कहण लग पई, आप नारायण कलाधार जग में परवरियो। ये सवैया गुरु अमरदास महाराज वास्ते लिखे। निरंकार आकार जोत जग मंडल करियो। इस जगत के अंदर निरंकार ने जोत धारी है, किहदे विच? धन गुरु अमरदास महाराज विच। क्यों भाई? 12 साल लोगों की लाज छड्ड के सेवा की है। कई बार मैं बेनती कहना हुन्ना, तुसीं भी परिवारां वाले हो। 60 साल की उम्र सी बाबा अमरदास साहब की, चिट्टा शमशदाड़ा। जिदन अपनी नौं नूं धीआं वर्गी उम्र है नौं दी, बीबी अमरो अपनी नौं दे अगे बाबे अमरदास ने हाथ जोड़ के कहा, धीए मैनू भी गुरु नानक दे घर दा राह दस, पुत मैनू भी गुरु दे चरनां विच लै जा। हाथ जोड़ के नौं कोलों रब दा राह पुछिया, दुनिया दी लाज त्याग दित्ती। इत्थे माफ करियो, आपां नौहां च नुक्स कढना ही सिੱਖਿਆ। जे गुण होवे नौं दे कोलों कदे ओहदी वडियाई नहीं करदे। धीआं दे गुण दिस जांदे ने, नौहां दे गुण नहीं सानू दिसदे। जिदन तुसी लोक लाज छड्ड के जे किसे नौं विच भी, बहू दे अंदर नौं दे अंदर भी गुण है, जिदन अपनी नौं दे कोलों भी हथ जोड़ के पुछण लग जाओगे, इस गल दी लाज ना होवे, गुण होवे तो उहदे कोलों भी सिख लेना चाहिए। चिट्टा शमशदाड़ है, 60 साल तो उपर उम्र है। जिदन अपनी नौं नूं हथ जोड़ के कहा, धीए मैनू भी गुरु दे घर दा राह दस, दुनिया की लोक लाज छड्डी। फिर 12 साल लोगों की लाज छड्ड के सेवा की। एक दिन बाबा अमरदास रब गुरु अमरदास हो गए। दुनिया के लोग आप नारायण कला धार जग में परवरियो कहन लग पे। उहियो दुनिया के लोग ये गल भी फिर कहन लग पे, हे गुरु अमरदास, वसंत के महीने च खिड़े हुए फुल गिने जा सकते ने किसी टेक्निक नाल। बरसात के महीने पैंदियां होइयां आसमान चों किणियां गिणियां जा सकदियां ने। सागर समुंदर दियां लहरां भी शायद गिणियां जा सकदियां ने। पर धन गुरु अमरदास, जिन्ने गुण तेरे विच ने वो गिणे नहीं जा सकते। गुरु अमरदास सच्चे पातशाह, हे गुरु अमरदास, तेरी उपमा सिर्फ तेरे नाल ही हो सकती है, किसी होर नाल तुलना भी नहीं दिती जा सकती।
12 ਸਾਲ ਸੁਣਦੇ ਰਹੇ ਲੋਕਾਂ ਕੋਲੋਂ, ਕੁੜਮਾਂ ਦੇ ਘਰ ਬੈਠਾ, ਕੁੜਮਾਂ ਦੇ ਗਾਗਰ ਢਾਉਂਦਾ, ਲਾਜ ਨਹੀਂ ਆਉਂਦੀ, ਵੇਖੋ ਬੁੱਢੇ ਵੇਲੇ 72 ਸਾਲ ਦੀ ਉਮਰ ਹੋ ਗਈ, ਇਹਦੇ ਨਿਆਣੇ ਲੈ ਕੇ ਨਹੀਂ ਜਾਂਦੇ ਹੋਣੇ, ਪੁੱਤ ਨੋਹਾਂ ਨਹੀਂ ਪੁੱਛਦੇ ਹੋਣੇ, ਤਾਈਓ ਕੁੜਮਾਂ ਦੇ ਬੈਠੇ। ਸਭ ਕੁਝ ਸੁਣਨ ਤੋਂ ਬਾਅਦ ਵੀ ਸੇਵਾ ਨਹੀਂ ਛੱਡੀ। ਇੱਕ ਦਿਨ ਉਹ ਵਕਤ ਆਇਆ ਜਿੱਦਣ ਗੁਰੂ ਅੰਗਦ ਦੇ ਮਹਾਰਾਜੀਆਂ ਨੇ ਉਸ ਤਖਤ ਸਿੰਘਾਸਣ ਤੇ ਬਿਠਾ ਦਿੱਤਾ ਜਿੱਥੇ ਦੁਨੀਆ ਹੱਥ ਜੋੜ ਕੇ ਕਹਿ ਰਹੀ ਸੀ, ਘਨ ਹਰ ਬੂੰਦ ਵਸੋ ਰੋ ਮਹਾਵਲ, ਕੁਸੁਮ ਬਸੰਤ ਗਨੰਤ ਨਾ ਆਵੇ, ਰਬ ਸਸ ਕਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤ ਗੁਰ ਕੇ, ਕਵ ਜਨ ਭਲ ਉਨਹਿ ਜੋ ਗਾਵੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਨਿਥਾਵਾਂ ਕਹਿਣ ਵਾਲੇ ਵੀ ਅੱਜ ਚਰਨਾਂ ਝੁੱਕ ਕੇ ਕਹਿੰਦੇ ਸਨ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ, ਤੇਰੀ ਉਪਮਾ ਤੋਹੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ, ਭੱਲੇ ਅਮਰ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਉਪਮਾ ਤੋਹੇ ਬਣ, ਦੁਨੀਆ ਦੀ ਲੋਕ ਲਾਜ ਤਿਆਗ ਦਿੱਤੀ। ਤਾਈਓ ਪਾਤਸ਼ਾਹ ਨੇ ਕਿਹਾ, ਸੁਣ ਸਖੀਏ ਐ ਗੁਰਮੁਖ ਜੀਵ ਇਸਤਰੀਏ, ਭੈਣੇ ਸੁਣ ਜੇ ਰੱਬ ਨੂੰ ਮਿਲਣਾ, ਇੱਛਾ ਹੈ ਰੱਬ ਨੂੰ ਮਿਲਣ ਦੀ, ਤਾਂਗ ਹੈ ਰੱਬ ਨੂੰ ਮਿਲਣ ਦੀ, ਫਿਰ ਆਹ ਚੀਜ਼ ਯਾਦ ਰੱਖ। ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਰੱਬ ਨੂੰ ਮਿਲਣ ਦੀ ਨਿਸ਼ਾਨੀ ਹੈ ਇਹ। ਕਿਹੜੀ? ਮਨ ਤਨ ਅਰਪ ਤਜ ਲਾਜ ਲੋਕਾਨੀ, ਆਪਣਾ ਮਨ ਤਨ ਅਰਪਣ ਕਰ, ਲੋਕਾਂ ਦੀ ਲਾਜ ਛੱਡ ਦੇ। ਜੇ ਲੋਕਾਂ ਦੀ ਲਾਜ ਪੱਲੇ ਬੰਨੀ ਰੱਖੀ, ਇਸ ਲੋਕ ਲਾਜ ਨੇ ਤੈਨੂੰ ਬਿਮਾਰ ਕਰ ਦੇਣਾ, ਇਸ ਲੋਕ ਲਾਜ ਨੇ ਤੈਨੂੰ ਰੱਬ ਨੂੰ ਨਹੀਂ ਮਿਲਣ ਦੇਣਾ। ਲੋਕ ਲਾਜ ਛੱਡ ਜੇ ਰੱਬ ਤੱਕ ਪਹੁੰਚਣਾ। ਸੁਖੀ ਹੋਣ ਦਾ ਤਰੀਕਾ ਵੀ ਲੋਕ ਲਾਜ ਛੱਡਣਾ, ਰੱਬ ਨੂੰ ਮਿਲਣ ਦਾ ਤਰੀਕਾ ਵੀ ਲੋਕ ਲਾਜ ਛੱਡਣਾ। ਜੇ ਲੋਕਾਂ ਦੀ ਲਾਜ ਪੱਲੇ ਬੰਨ ਕੇ ਰੱਖੋਗੇ ਤੁਸੀਂ ਬਿਮਾਰ ਹੋ ਜਾਓਗੇ, ਲੋਕ ਖੁਸ਼ ਨਹੀਂ ਹੋਣਗੇ। ਲੋਕੀ ਕੀ ਕਹਿਣਗੇ, ਲੋਕੀ ਕੀ ਕਹਿਣਗੇ, ਬਿਮਾਰ ਹੋ ਜਾਓਗੇ। ਰੱਬ ਨੂੰ ਮਿਲਣਾ ਲੋਕ ਲਾਜ ਤਿਆਗਣੀ ਪੈਂਦੀ। ਇਹ ਪੂਰਾ ਸੇਵਾ ਦਾ ਪ੍ਰਭਾਵ ਬੀਬੀ ਭਾਨੀ ਉੱਤੇ ਪਿਆ। ਮੇਰੇ ਪਿਤਾ ਨੇ ਕਿਸ ਤਰ੍ਹਾਂ ਲੋਕ ਲਾਜ ਛੱਡ ਕੇ ਸੇਵਾ ਕਮਾਈ ਹੈ। ਫਿਰ ਸਾਧ ਸੰਗਤ ਗੋਇੰਦਵਾਲ ਸਾਹਿਬ ਜਿੱਥੇ ਪਾਤਸ਼ਾਹ ਨੇ ਆਪਣਾ ਪਰਿਵਾਰ ਲਿਆਂਦਾ ਨਾ, ਤੁਸੀਂ ਦਰਸ਼ਨ ਕਰਿਓ। ਜਿੱਥੇ ਗੁਰਦੁਆਰਾ ਬੋਲੀ ਸਾਹਿਬ ਹੈ ਉੱਥੋਂ ਬਿਲਕੁਲ ਅੱਧਾ ਪੌਣਾ ਕਿਲੋਮੀਟਰ ਦੀ ਵਿੱਥ ਉੱਤੇ, ਕੋਈ 900 ਮੀਟਰ ਉੱਤੇ ਇੱਕ ਗੁਰਦੁਆਰਾ ਆਉਂਦਾ। ਉਹ ਗੁਰੂ ਅਮਰਦਾਸ ਮਹਾਰਾਜ ਦਾ ਘਰ ਹੈ। ਉੱਥੇ ਵਿੱਚ ਹੀ ਇੱਕ ਖੂਹ ਬਣਿਆ ਹੋਇਆ ਹੈ ਔਰ ਉਸ ਗੁਰਦੁਆਰੇ ਦਾ ਨਾਮ ਚੁਬਾਰਾ ਸਾਹਿਬ ਹੈ। ਉਸ ਘਰ ਦੇ ਅੰਦਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਆਪਣੇ ਪਰਿਵਾਰ ਨਾਲ ਰਹੇ। ਉਸੇ ਘਰ ਵਿੱਚ ਰਹਿੰਦਿਆਂ ਆਪਣੀ ਧੀ ਬੀਬੀ ਭਾਨੀ ਤੇ ਦਾਨੀ ਨੂੰ ਪਾਲਿਆ। ਉਸੇ ਘਰ ਵਿੱਚ ਬੀਬੀ ਭਾਨੀ ਦਾ ਵਿਆਹ ਹੋਇਆ। ਉਸੇ ਘਰ ਵਿੱਚ ਬੈਠਿਆਂ ਗੱਲ ਚੱਲੀ। ਜਿੱਦਣ ਮਨਸਾ ਦੇਵੀ ਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਮਨਸਾ ਦੇਵੀ ਤੂੰ ਰੋਜ਼ ਕਹਿੰਦੀ ਰਹਿਨੀ ਹੈ ਕੋਈ ਵਰ ਲੱਭੋ, ਕੋਈ ਵਰ ਲੱਭੋ ਆਪਣੀ ਭਾਨੀ ਲਈ, ਦੱਸੋ ਕਿਹੋ ਜਿਹਾ ਵਰ ਹੋਣਾ ਚਾਹੀਦਾ। ਮਾਤਾ ਮਨਸਾ ਦੇਵੀ ਸੋਚੀ ਪੈ ਗਏ। ਮਾਂ ਸੋਚ ਕੇ ਦੱਸਦੀ ਹੈ ਕਿੱਦਾਂ ਦਾ ਵਰ ਤੇ ਘਰ ਧੀ ਲਈ ਚਾਹੀਦਾ। ਇੰਨੇ ਨੂੰ ਉਸੇ ਗਲੀ ਵਿੱਚੋਂ ਗੁਜ਼ਰ ਰਹੇ ਨੇ। ਛੋਟਾ ਜਿਹਾ ਨਗਰ ਗੁਰੂ ਅਮਰਦਾਸ ਮਹਾਰਾਜ ਨੇ ਅਜੇ ਵਸਾਇਆ ਹੈ, ਜਿੱਥੇ ਗੁਰਦੁਆਰਾ ਚੁਬਾਰਾ ਸਾਹਿਬ ਹੈ। ਉਸੇ ਗਲੀ ਚੋਂ ਸਿਰ ਤੇ ਛਾਬਾ ਧਰਿਆ ਹੋਇਆ। ਭਾਈ ਜੇਠਾ ਧੰਨ ਗੁਰੂ ਰਾਮਦਾਸ ਮਹਾਰਾਜ ਆਵਾਜ਼ ਦੇ ਕੇ ਲੰਘ ਰਹੇ ਨੇ, ਕੋਈ ਘੁੰਗੜੀਆਂ ਲੈ ਲਓ, ਕੋਈ ਘੁੰਗੜੀਆਂ ਲੈ ਲਓ। ਆਵਾਜ਼ ਕੰਨਾਂ ਵਿੱਚ ਪਈ। ਇੱਕਦਮ ਬੋਲੇ, ਪਾਤਸ਼ਾਹ ਭਾਨੀ ਵਾਸਤੇ ਜੇ ਵਰ ਹੋਵੇ ਨਾ, ਕਿਤੇ ਜੇਠੇ ਵਰਗਾ ਮੁੰਡਾ ਮਿਲ ਜਾਏ। ਭਾਨੀ ਵਾਸਤੇ ਜੇ ਵਰ ਹੋਵੇ ਤੇ ਜੇਠੇ ਵਰਗਾ ਮਿਲ ਜਾਏ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਹੱਸ ਪਏ। ਕਹਿਣਗੇ ਮਹਾਰਾਜ ਤੁਸੀਂ ਕਿਉਂ ਮੁਸਕਰਾਏ ਹੋ? ਪਾਤਸ਼ਾਹ ਨੇ ਗੰਭੀਰ ਹੋ ਕੇ ਕਿਹਾ, ਮਨਸਾ ਦੇਵੀ
ਜਿੱਠੇ ਵਰਗਾ ਇਸ ਧਰਤੀ ਤੇ ਸਿਰਫ ਜਿੱਠਾ ਹੀ ਪੈਦਾ ਹੋਇਆ ਹੈ, ਦੂਜਾ ਹੋਰ ਕੋਈ ਨਹੀਂ। ਜਿੱਠੇ ਵਰਗਾ ਸਿਰਫ ਜਿੱਠਾ ਹੈ। ਇੱਕਦਮ ਗੰਭੀਰ ਹੋ ਕੇ ਬੋਲੇ ਮਾਤਾ ਜੀ, ਕਹਿੰਦੇ ਨਹੀਂ ਨਹੀਂ ਮਹਾਰਾਜ, ਮੇਰੀ ਭਾਨੀ ਵਾਸਤੇ ਜਿੱਠੇ ਦਾ ਘਰ ਛੋਟਾ ਹੈ। ਜਿੱਠਾ ਤਾਂ ਤੁਸੀਂ ਕਹਿੰਦੇ ਹੋ ਜਿੱਠੇ ਵਰਗਾ ਜਿੱਠ ਹੈ, ਉਹੋ ਜਿਹਾ ਵਰ ਤਾਂ ਠੀਕ ਹੈ, ਪਰ ਉਹਦਾ ਘਰ ਨਹੀਂ। ਮੈਂ ਲਾਡਾਂ ਚਾਵਾਂ ਨਾਲ ਧੀਆਂ ਨੂੰ ਪਾਲਿਆ, ਐਡੇ ਵੱਡੇ ਘਰਾਂ ਵਿੱਚ ਪਲੀਆਂ ਨੇ, ਹੁਣ ਉਹਨਾਂ ਦੇ ਘਰ ਵਿੱਚ ਉਹ ਤਾਂ ਕੁੱਲੀ ਛੰਨ ਵਿੱਚ ਰਹਿੰਦੇ ਨੇ, ਕੱਚਾ ਘਰ ਹੈ, ਛੰਨ ਵਿੱਚ ਰਹਿੰਦੇ ਨੇ, ਘੁੰਗੜੀਆਂ ਵੇਚ ਕੇ ਗੁਜ਼ਾਰਾ ਕਰਦੇ ਨੇ। ਮੈਂ ਜਿੱਠੇ ਵਰਗਾ ਵਰ ਕਿਹਾ, ਪਰ ਜਿੱਠੇ ਦਾ ਘਰ ਮੈਨੂੰ ਪਸੰਦ ਨਹੀਂ। ਪਾਤਸ਼ਾਹ ਮੇਰੀ ਭਾਨੀ ਦਾ ਘਰ ਵੱਡਾ ਹੋਣਾ ਚਾਹੀਦਾ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਕਹੇ, ਮਨਸਾ ਦੇਵੀ ਤੂੰ ਦੁਨੀਆ ਦੀਆਂ ਅੱਖਾਂ ਨਾਲ ਜਿੱਠੇ ਦੇ ਘਰ ਨੂੰ ਵੇਖ ਰਹੀ ਹੈ, ਕਿਤੇ ਮੇਰੀ ਅੱਖ ਨਾਲ ਜਿੱਠੇ ਦੇ ਘਰ ਨੂੰ ਵੇਖ। ਲੋਕਾਂ ਦੀ ਨਜ਼ਰ ਵਿੱਚ ਜਿੱਠੇ ਦਾ ਘਰ ਕੱਖਾਂ ਦੀ ਛੰਨ ਹੋ ਸਕਦਾ ਹੈ, ਇੱਕ ਦਿਨ ਜਿੱਠੇ ਦਾ ਘਰ ਪਤਾ ਕਿੱਡਾ ਵੱਡਾ ਬਣਨਾ ਹੈ। ਕੁੱਲ ਦੁਨੀਆ ਦੇ ਲੋਕ ਹੱਥ ਜੋੜ ਕੇ ਕਹਿਣਗੇ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ। ਉਹਦੇ ਘਰ ਵਰਗਾ ਕੋਈ ਘਰ ਨਹੀਂ ਹੋਣਾ। ਲੋਕਾਂ ਕਹਿਣਾ ਜਿੱਠੇ ਦੇ ਘਰ ਵਰਗਾ ਕੋਈ ਘਰ ਨਹੀਂ ਹੈ। ਜਿਸ ਤਰ੍ਹਾਂ ਦਾ ਜਿੱਠ ਹੈ, ਜਿੱਠੇ ਵਰਗਾ ਦੁਨੀਆ ਵਿੱਚ ਕੋਈ ਨਹੀਂ। ਇੱਕ ਦਿਨ ਜਿੱਠੇ ਦੇ ਘਰ ਵਰਗਾ ਵੀ ਕਿਸੇ ਦਾ ਘਰ ਨਹੀਂ ਹੋਣਾ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਵੱਧੋਂ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਪਾਤਸ਼ਾਹ ਨੇ ਬਚਨ ਕਹੇ, ਮਨਸਾ ਦੇਵੀ ਤੈਨੂੰ ਕੀ ਲੱਗਦਾ ਜਿੱਠਾ ਸਿਰ ਤੇ ਛਾਬਾ ਰੱਖ ਕੇ ਘੁੰਗੜੀਆਂ ਵੇਚਦਾ ਰਹੇਗਾ? ਮਹਾਰਾਜ ਫੇਰ ਕਹਿਣ ਲੱਗੇ, ਇਹ ਛਾਬਾ ਇੱਕ ਦਿਨ ਸੁਨਹਿਰੀ ਛਤਰ ਬਣ ਜਾਣਾ ਹੈ। ਇਹ ਸਿਰ ਤੇ ਧਰਿਆ ਘੁੰਗਣੀਆਂ ਦਾ ਛਾਬਾ ਇੱਕ ਦਿਨ ਸੁਨਹਿਰੀ ਛਤਰ ਬਣਨਾ ਹੈ। ਇਹਦਾ ਘਰ ਕੱਖਾਂ ਦੀ ਛੰਨ ਨਹੀਂ। ਇੱਕ ਦਿਨ ਸਭ ਤੋਂ ਵੱਡਾ ਉਹ ਘਰ ਬਣਨਾ ਜਿਹਦੇ ਵਰਗਾ ਕੋਈ ਘਰ ਨਹੀਂ ਹੋਣਾ। ਜਦੋਂ ਇੰਨੀਆਂ ਬਖਸ਼ਿਸ਼ਾਂ ਗੁਰੂ ਅਮਰਦਾਸ ਮਹਾਰਾਜ ਨੇ ਕੀਤੀਆਂ ਤੇ ਮਾਤਾ ਮਨਸਾ ਦੇਵੀ ਨੇ ਹੱਥ ਜੋੜ ਕੇ ਕਿਹਾ, ਪਾਤਸ਼ਾਹ ਫਿਰ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ। ਇਹ ਬਚਨ ਬੀਬੀ ਭਾਨੀ ਨੇ ਸੁਣੇ। ਸਾਧ ਸੰਗਤ ਇੱਕ ਬੇਨਤੀ ਸਮਝਿਓ, ਪਤੀ ਤੇ ਪਤਨੀ ਕਹਿੰਦੇ ਉਹਨੂੰ ਨੇ, ਜਿੱਥੇ ਜੋ ਪਤੀ ਦੀ ਮਨਸਾ ਹੋਵੇ ਉਹ ਪਤਨੀ ਕਹਦੇ ਜੀ ਐਦਾਂ ਤੁਹਾਨੂੰ ਚੰਗਾ ਲੱਗਦਾ ਤੇ ਇਦਾਂ ਹੀ ਸਹੀ ਹੈ। ਜੇ ਪਤਨੀ ਦੀ ਕੋਈ ਗੱਲ ਮੰਨਣ ਵਾਲੀ ਹੋਵੇ, ਪਤੀ ਕਹਦੇ ਵੀ ਠੀਕ ਹੈ, ਇਦਾਂ ਹੀ ਸਹੀ ਹੈ। ਇੱਕ ਛੱਤ ਥੱਲੇ ਰਹਿਣ ਵਾਲੇ ਪਤੀ ਪਤਨੀ ਨਹੀਂ ਹੈ। ਐਂ ਤਾਂ ਲੋਕਾਂ ਹੁਣ ਕਲਯੁੱਗ ਦੇ ਅੰਦਰ ਬਹੁਤ ਢੋਂਗ ਬਣਾ ਲਿਆ, ਬੜੇ ਹੋਰ ਤਰੀਕਿਆਂ ਨਾਲ ਰਹਿੰਦੇ ਨੇ, ਔਰ ਲੋਕ ਉਨੇ ਹੀ ਜ਼ਿਆਦਾ ਦੁਖੀ ਨੇ। ਧੰਨ ਫਿਰ ਇਹਨਾਂ ਅੱਖੀਆਂ ਬਹਿਨੇ ਇਕੱਠੇ ਹੋਏ, ਪਰ ਪਤੀ ਪਤਨੀ ਕੌਣ ਹੈ? ਇੱਕ ਜੋਤ ਦੋਏ ਮੂਰਤੀ ਧੰਨ ਫਿਰ ਕਹੀ ਹੈ ਸੋਏ। ਵਿਚਾਰ ਇੱਕ ਹੈ, ਸਰੀਰ ਦੋ ਨੇ, ਵਿਚਾਰ ਇੱਕ। ਇੱਕ ਨੇ ਕਿਹਾ ਦੂਜਾ ਸਤ ਵਚਨ ਕਰਕੇ ਮੰਨ ਲੈ, ਜਿੱਦ ਨਾ ਕਰੇ। ਲੋਕਾਂ ਨੇ ਜਿੱਦ ਕਰਕੇ ਆਪਣੇ ਘਰ ਵਿਗਾੜੇ ਹੋਏ ਆ, ਜਿੱਦ ਕਰਕੇ ਆਪਣੇ ਘਰ ਵਿਗਾੜੇ ਨੇ। ਰੱਬ ਨੇ ਤੁਹਾਡੇ ਗੱਲ ਕਲ ਕਲੇਸ਼ ਨਹੀਂ ਪਾਇਆ, ਲੋਕਾਂ ਨੇ ਆਪਣੇ ਗੱਲ ਆਪੇ ਪਾ ਲਿਆ। ਮੈਨੂੰ ਇੱਕ ਦਿਨ ਵਿੱਚ ਸੈਂਕੜੇ ਫੋਨ ਆਉਂਦੇ ਨੇ, ਅੱਧੇ ਲੋਕਾਂ ਦੇ ਸਾਧ ਸੰਗਤ ਉਹ ਫੋਨ ਜਿਹੜੇ ਬਹੁਤ ਦੁਖੀ ਹੋ ਕੇ ਡਾਈਵੋਰਸ ਦੀ ਪ੍ਰਕਿਰਿਆ ਵਿੱਚੋਂ ਜੂਝ ਰਹੇ ਨੇ, ਡਾਈਵੋਰਸ ਹੋ ਰਿਹਾ, ਉਸ ਪ੍ਰਕਿਰਿਆ ਚੋਂ ਲੰਘ ਰਹੇ ਨੇ। ਕਈ ਮਹੀਨੇ ਕਈ ਸਾਲ ਹੋ ਗਏ, ਇੱਕ ਦੂਜੇ ਤੋਂ ਅਲੱਗ ਬੈਠੇ ਨੇ। ਉਹਦਾ ਰੀਜ਼ਨ ਇੱਕੋ ਹੀ ਹੈ, ਆਪੋ ਆਪਣੀ ਈਗੋ ਛੱਡਣ ਲਈ ਤਿਆਰ ਨਹੀਂ। ਆਪੋ ਆਪਣੀ ਈਗੋ ਨੂੰ ਹੋਰ ਆਪਾਂ ਜਨਮ ਦੇ ਰਹੇ। ਜੋ ਮੈਂ ਕਿਹਾ ਉਹ ਸਹੀ ਹੈ, ਉਹ ਹੋਣਾ ਚਾਹੀਦਾ ਹੈ। ਇੱਥੇ ਆ ਕੇ ਝਗੜਾ ਵੱਧਦਾ ਹੈ। ਸਾਧ ਸੰਗਤ ਜੇ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਨਹੀਂ, ਜਿੱਠੇ ਦਾ ਘਰ ਬਹੁਤ ਵੱਡਾ ਬਣਨਾ ਮਨਸਾ ਦੇਵੀ, ਜਿੱਠੇ ਵਰਗਾ ਹੋਰ ਕੋਈ ਨਹੀਂ। ਅੱਗੇ ਮਾਤਾ ਜੀ ਨੇ ਜਿੱਦ ਨਹੀਂ ਕੀਤੀ ਜੀ, ਹੁਣ ਤਾਂ ਕੁੱਲੀ ਹੈ, ਹੁਣ ਤਾਂ ਘੁੰਗੜੀਆਂ ਵੇਚਦਾ ਹੈ, ਲੋਕੀ ਕੀ ਕਹਿਣਗੇ? ਗੁਰੂ ਅਮਰਦਾਸ ਮਹਾਰਾਜ ਨੇ ਘੁੰਗੜੀਆਂ ਵੇਚਣ ਵਾਲੇ ਨਾਲ ਆਪਣੀ ਧੀ ਵਿਆਹ ਦਿੱਤੀ। ਗੁਰੂ ਅਮਰਦਾਸ ਮਹਾਰਾਜ ਨੇ ਛੰਨ ਕੁੱਲੀ 'ਚ ਰਹਿਣ ਵਾਲੇ ਨਾਲ ਧੀ ਵਿਆਹ ਦਿੱਤੀ। ਗੁਰੂ ਅਮਰਦਾਸ ਮਹਾਰਾਜ ਨੇ ਕਾਨਾਥ ਜਿੱਠੇ ਨਾਲ ਧੀ ਨੂੰ ਤੋਰ ਦਿੱਤਾ। ਸਾਧ ਸੰਗਤ ਇਹ ਦੁਨੀਆ ਦੀ ਲੋਕ ਲਾਜ ਸਭ ਕੁਝ ਜਿੱਦਣ ਮਾਂ ਮਨਸਾ ਦੇਵੀ ਨੇ ਵੀ ਕਿਹਾ ਮਹਾਰਾਜ ਜਿਵੇਂ ਤੁਹਾਨੂੰ ਪਾਉਂਦਾ, ਉਦੋਂ ਗੁਰੂ ਅਮਰਦਾਸ ਮਹਾਰਾਜ ਨੇ ਕਨੇਰੀਆਂ ਖੁਸ਼ੀਆਂ ਬਖਸ਼ੀਆਂ। ਉਸੇ ਘਰ ਦੇ ਅੰਦਰ ਜਿਹਨੂੰ ਅੱਜ ਗੁਰਦੁਆਰਾ ਚੁਬਾਰਾ ਸਾਹਿਬ ਕਹਿੰਦੇ ਨੇ, ਉੱਥੇ ਬੀਬੀ ਭਾਨੀ ਜੀ ਦੀ ਸ਼ਾਦੀ ਹੋਈ। ਧੰਨ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਜੀ ਨਾਲ ਵਿਆਹ ਸ਼ਾਦੀ ਕੀਤੀ। ਔਰ ਸਾਧ ਸੰਗਤ ਭਾਈ ਜੇਠਾ ਜੀ ਤੇ ਇਸ ਗੱਲ ਦਾ ਪ੍ਰਭਾਵ ਰਿਹਾ
कि गुरु अमरदास महाराज ने लोक लाज नहीं रखी, कुड़मां दे घर सेवा की है, कुड़मां दे घर गागर ढोई है। और उहियो सेवा फिर बीबी भानी ते धन गुरु रामदास महाराज ने कमाई। ये नहीं चित्त विच समझिया मेरे प्यो का घर है, ये नहीं चित्त विच लिआंदा मेरे सहुरे का घर है। टोकरियां भी ढोंदे रहे, भांडे भी मांजते रहे, प्यो की सेवा अपने हथी गुरु समझ के करते रहे। ये नहीं चित्त विच दावा नहीं जताया भी साडी प्रॉपर्टी है, मेरा तो प्यो लगता है, मेरा तो सहुरा साहब लगते ने। साध संगत दावा छड्ड के सेवा की है। जिहड़ा दावा करे उतों गुरु ते रब का रिश्ता बहुत दूर चलिया जाता है। इस घर में दावा कोई नहीं। मैं कई बार हाथ जोड़ के बेनती करदा ना, प्यो दादे की जायदाद उत्ते दावा है किसी पुत पोते का, वो दावा करके लै सकता है। मेरे दादे की जमीन है, मैनू मिलनी चाहिए। मेरे दादे मेरे प्यो की कोठी है, मैनू मिलनी चाहिए। तुसी दावा करके अदालत में लै सकते हो, पर याद रखियो गुरु के घर की सिक्खी उत्ते कोई दावा नहीं। इत्थे दादे नूं सिक्खी मिल सकती है, सेवा कमावे पुत नूं सिक्खी मिल सकती है, पर दादे की सिक्खी पोते नूं नहीं मिल सकती। पोते नूं खुद कमाउणी पैंदी है। इत्थे सिक्खी आपो अपनी कमाउणी पैंदी है। जिते गुरु बख्शिश करे उन्होंने सिक्खी दे दे, जितों गुरु मूँह फेर ले। साध संगत सतगुरु मूँह फेर लवे तो सिक्खी वापस भी ले लेना। गुरु की सिक्खी ते दावा नहीं है कोई कि दादे वाली सिक्खी पोते नूं मिल जाएगी, दादे की कमाई पोतिਆਂ नूं मिल जाएगी। नहीं, इत्थे गुरु की कृपा बख्शिश होवे तां। जिन्हें दावा किया उहदा रिश्ता गुरु ते रब नालों दूर हो गया। ताइयों साध संगत कदे भगत नामदेव साहब ने रब नाल गल करके कहा, मेरा एक दोस्त है, कट्ठियां भगती करी दी है, हुण वो मेरे ते शक करन लग पिया, मेरियां गल्लां ते विश्वास नहीं करदा रब जी। हुण वो कहंदा, नामदेव तू झूठ बोलदा है, तैनू रब दे कोई दर्शन नहीं होए। जे तैनू हुंदे होण ते मैनू भी होण, मैं भी तेरे नाल भगती करदा, नाले तेरे नालों मेरी जात उच्ची है। तू शिंब है, मैं ब्राह्मण है, मैं तेरे कोल बह के भगती करना। जे तैनू रब मिलिया ते मैनू भी मिलना चाहिए। नामदेव ने कहा, तरलोचन शक ना करिया कर, रब ते शक कीतियां रब तो दूर हो जाइदा है। रिश्ता कोई भी होवे जिंदगी च गल तुहाडे कम आएगी। शक पैदा हो जाए रिश्ते टुट जाते हैं। भरा ते भरा विच शक हो जाए घर विच कंधां पै जांदियां। प्यो नूं पुत्त ते शक हो जाए, प्रॉपर्टी का एक पैसा नहीं जे दिंदा उहनूं। पति ते पत्नी में शक पैदा हो जाए, रिश्ता नरक बन जाता है। पति ते पत्नी में शक पैदा हो जाए, रिश्ता नरक हो जाता है। इन्हां रिश्तियां में शक नहीं होनी चाहिए, रिश्ते टुट जाते ने। इदां याद रखियो, सिख ते गुरु रब ते भगत में शक नहीं होनी चाहिए। जे शक पैदा हो जाए गुरु नालों दूर हो जाओगे। ये तो पूरे मान नाल विश्वास नाल अंदर परवासे नाल चेते करना, मैनू मेरे गुरु ते परवासा है। कुल दुनिया कवे आ कम हो नहीं सकता, गुरु ने कह दिता है हुण हो के रहेगा। तुहानूं इन्ना विश्वास होना चाहिए। दसम पातशाह ने रहतनामे लिखे ने, 2-3 दिनों हुण विसाखी पुरब चल पिया। उहदे विच पातशाह ने लिखा, मेरा खालसा मेरा सिख इन्ना दृढ़ रहेगा, उहदियां अखां दे सामने कोई जादूगर अपनी रिद्ध सिद्ध जादूगरी नाल पर्वत उड़दे दिखा दे, वस्तुआं आकाश विच उड़दियां दिखा देवे, तां भी मेरा खालसा काल पुरख दा पुजारी रहेगा, बंदे दा पुजारी नहीं होएगा। हुण तुहाडे सामने चीज़ां आकाश विच उड़न लग जाण, तुसीं तां मन्नोगे बंदे 'च है कुछ बई। उहदे सामने कोई आकाश विच पर्वत उड़ा दे, पर खालसा काल पुरख ते दृढ़ विश्वास रखेगा, वो बंदे दा पुजारी नहीं बनेगा। वो पूरे मान नाल खालसा दृढ़ता दे नाल एक अकाल पुरख दा पुजारी रहेगा। जागत जोत जपै निसवासर, एक बिना मन नैक न अन्य पूरन प्रेम प्रति सजै व्रत गोर मणि मठ भूल न मानै तीर्थ दान दया तप संजम एक बिना ने एक पछानै पूरन जोत जगह घट में तब खालस ताहे नखालस जाने। किन्नी दृढ़ता होवे, रोज पढ़ाया जाता है, तुसीं हुणे पढ़िया जिन्हां ने पाठ कीता। इन्नी दृढ़ता दे नाल सिख कवे कि दातिया जदों दे तेरे चरण पकड़े ना, असीं किसे नूं अख थल्ले भी नहीं धरदे। कौन है होएगा कोई, किसे दी निंदिया नहीं है, पर जदों दे गुरु दे चरण पकड़े असीं किसे नूं अख थल्ले भी नहीं धरदे।
ਜਿਹਦਾ ਚਾਹ ਦਾ ਕੱਪ ਐਸਐਸਪੀ ਨਾਲ ਬਹਿ ਕੇ ਪੀਣ ਵਾਲਾ ਸਾਂਝਾ ਹੋਵੇ, ਭਾਵ ਐਸਐਸਪੀ ਨਾਲ ਜਿਹਦਾ ਬਹਿਣਾ ਉੱਠਣਾ ਹੋਵੇ, ਉਹ ਸਿਪਾਹੀ ਨਾਲ ਹੱਥ ਮਿਲਾਉਂਦਾ ਵੇਖਿਆ ਤੁਸੀਂ? ਉਹ ਕਹਿੰਦਾ ਪੂਰਾ ਜ਼ਿਲ੍ਹਾ ਉਹਦੇ ਥੱਲੇ, ਮੈਂ ਉਹਦੇ ਨਾਲ ਬਹਿਨਾ। ਪੂਰੇ ਮਾਣ ਨਾਲ ਕਿਹਾ ਕਰੋ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰੱਖੀ ਮੇਰੀ। ਪੂਰੇ ਮਾਣ ਨਾਲ ਰੋਜ਼ ਪੜਾਇਆ ਜਾਂਦਾ ਹੈ। ਸਿੱਖਾ ਮਾਣ ਨਾਲ ਪੜੀ, ਗੁਰੂ ਤੇ ਮਾਣ ਰੱਖ ਕੇ ਕਿ ਪਾਏ ਗਏ ਜਬ ਤੇ ਤੁਮਰੇ। ਤੁਸੀਂ ਪੜ ਕੇ ਆਏ ਹੋ, ਪੜੋ। ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ। राम रहीम पुराण कुरान अनेक कहें मत एक न। सिमरत शास्त्र वेद सब बहु भेद कहे हम एक न जन। श्री असपान कृपा तुम्हारी कर मैं ना कहो सब तोहे। दाते मैं नहीं कह रहा, तेरे ते मान रख के ये कह रहे। फिर नाल दोहरा के पढ़ने, दोहरा सगल द्वार का छाड़ के गयो तुहारो। भंगहे की लाज आसे गोविंद दास। भाई अंदर विश्वास रखी, इस गुरु ते मान भरोसा रख के परवासा रख के पढ़ी। जिदन विश्वास आ जाए, शक ना होवे, दावा ना होवे, उदन तुहाडे विच ते गुरु च भेद नहीं रहना। गुरु ने तुहाडे नाल 24 घंटे रहन लग पैना। उदन ये कहानी दुकालंग परणासी दयालंग स्वरूपे सदा अंग संगे अपंगंग विभूते महसूस करांगे कि गुरु नाल है। वो भगत ने शक की, दूजे भगत नामदेव साहब ने कहा शक ना करया कर। कहंदे फिर रब नाल गल कर लई। त्रिलोचन ने कहा भी जे तेरी रब नाल इन्नी नेड़ता है, कहदे माड़ा जिहा मैनू भी फिर दर्शन दे दे, मेरी शक दूर हो जाए। रब दा की जांदा है? कहंदे चलो मैं कहांगा। रब नूं फिर बेनती की, पौड़ी बड़ी सौखी है, मैं तुहानूं छेती छेती सुना दा। दर्शन देखण नाम दिओ, भलके उठ त्रिलोचन आवे। भगत करन मिल दो जने, नाम दिओ हर चलत सुनावे। ते हुण त्रिलोचन जिहड़ा वो शक करदा है, कहंदा मेरी भी कर बेनती, दर्शन देखां जे तिस भावै। ठाकुर जी नूं पुछे, उस रब नूं पुछी दर्शन किवें त्रिलोचन पावे। जदों रब नूं पुछया अग्गों फिर रब ने हस के ठाकुर बोले आ। अख च माड़ा जिहा रेत दा किणका पै जाए ना, कख पै जाए, तुहानूं दिसना बंद हो जांदा है। सुरती विच माड़ा जिहा शक पै जाए, रब नालों बहुत दूर हो जाइदा। कहंदे हस के ठाकुर बोले आ, नाम दे ओनू कै समझावे। हो अधीन हाँ भगत दे, पहुँचना हंगा भगती दावे। नामदेव त्रिलोचन नूं कह दे उच दो कमियां आ, मैं तां नहीं दर्शन दिंदा। महाराज किहड़ियां कमियां? कहने पहली कमी ये है, दावा बहुत करदा है। मैं भी अमृत वेले उठदा, मेरी जात भी वड्डी है, मैं भी भगती करदा। कहने बस आ दावे करके उतों दूर आ मैं। उन्होंने कह दावा छड्ड, वो नहीं उठ सकदा जे मैं ना जगावां। तुसीं तजर्बे च रहो इस गल दे, लख यतन करो मैं अमृत वेले उठना, नहीं उठ सकते जे गुरु ना उठावे। अलार्म ला ला के सौण वाले भी मैं वेखे ने, एक दिन हट करके उठ लैणगे, 4 दिन उठ लैणगे, फिर टुट जांदा है। ये सवाल साडे कई गुरसिखां दा रहिंदा है, मेरे नाल वार्ता हुंदी रहिंदी है। मैं भी तुहाडे वांग विद्यार्थी हाँ, साध संगत। इनू मेरी निर्माणता ना समझना, ये नलायकी है, सच्चाई है। ਇਹਦੇ ਵਿੱਚ दावा नहीं हो सकता भी मेरा तो पक्का ही हुण नितनेम हो गया। जदों पक्का कहिंदे उदण ही टुटदा है। जिदण कहोगे हुण ते पक्का चलदा है जी, हुण ते बहुत चल पिया काम, उदण ही रुकदा है। इस तरह की उलझन पैंदी है। तुसीं हथ जोड़ जोड़ के गुरु नूं कहोगे दाता माया अपनी मोड़ लो, मैनूं किधर तोर दिता है, तुहानूं समझ ही नहीं आएगी। इदां दा कलेस पैंदा, कई दिन कलेस ही नहीं मुकदा, जो मर्जी करी जाओ। इसलिए साध संगत माया बहुत प्रबल है, दावा नहीं। दावा छड्ड रह निर्दावे, रब नूं मिलने दावा छड्डना पैंदा। कहने त्रिलोचन नूं कह
ਦਾਵਾ ਕਰਦਾ, ਉਹਨੂੰ ਕਹੇ ਦਾਵਾ ਛੱਡ ਦੇ। ਮਹਾਰਾਜ ਦੂਜੀ ਕਮੀ ਕਹਿੰਦੇ ਉਹਨੇ ਗੁਰੂ ਨਹੀਂ ਅਜੇ ਧਾਰਨ ਕੀਤਾ, ਉਹਨੂੰ ਕਹੇ ਗੁਰੂ ਵੀ ਧਾਰਨ ਕਰ। ਜਦੋਂ ਦੱਸਿਆ ਨਾ ਬਾਬੇ ਨਾਮਦੇਵ ਨੇ ਬਈ ਦੋ ਕਮੀਆਂ ਤੇਰੇ 'ਚ, ਰੱਬ ਬਹੁਤ ਤੇਰੇ ਨੇੜੇ ਹੁਣੇ ਮਿਲ ਸਕਦਾ ਹੈ, ਉਹਨੇ ਕਿਹਾ ਲੈ ਦਾਵਾ ਅੱਜੇ ਹੀ ਛੱਡਿਆ। ਰਹੀ ਗੱਲ ਫਿਰ ਗੁਰੂ ਧਾਰਨ ਕਰਨ ਦੀ, ਉਹਦੇ ਵਿੱਚ ਹੀ ਹੁਣ ਦਾਵਾ ਟੁੱਟ ਜਾਣਾ। ਮੈਂ ਦਾਵਾ ਕਰਦਾ ਜਾਤ ਉੱਚੀ ਹੈ, ਮੈਂ ਦਾਵਾ ਕਰਦਾ ਅੰਮ੍ਰਿਤ ਵੇਲੇ ਉੱਠਦੇ, ਤੈਨੂੰ ਰੱਬ ਮਿਲ ਗਿਆ ਨਾਮਦੇਵ, ਤੇਰੇ ਤੋਂ ਵੱਡਾ ਗੁਰੂ ਕੌਣ ਹੋਣਾ। ਚਰਨਾਂ ਵਿੱਚ ਸਿਰ ਰੱਖ ਕੇ ਡੰਡੌਤ ਕੀਤੀ, ਨਾਮਦੇਵ ਜੀ ਤੁਸੀਂ ਮੇਰੇ ਗੁਰੂ ਬਣੋ। ਜਿੱਦਣ ਤਰਲੋਚਨ ਨੇ ਬਾਬੇ ਨਾਮਦੇਵ ਦੇ ਪੈਰਾਂ 'ਚ ਮੱਥਾ ਟੇਕਿਆ, ਉਸੇ ਰਾਤ ਰੱਬ ਦੇ ਦੀਦਾਰ ਹੋ ਗਏ। ਅੱਜ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ, ਜਿੱਥੇ ਭਗਤ ਨਾਮਦੇਵ ਸਾਹਿਬ ਦੀ ਬਾਣੀ ਹੈ ਨਾਲ 4 ਸ਼ਬਦ ਤਰਲੋਚਨ ਜੀ ਦੇ ਵੀ ਹੈ। ਰੱਬ ਨੇ ਜਵਾਬ ਦਿੱਤਾ ਦਾਵਾ ਨਾ ਕਰੀ, ਹਉ ਅਧੀਨ ਹਾਂ ਭਗਤ ਦੇ, ਪਹੁੰਚ ਨਾ ਹਾਂ ਭਗਤੀ ਦਾਵੇ। ਕੋਈ ਹੋਏ ਵਿਚੋਲਾ ਆਣ ਮਿਲਾਵੇ, ਵਿੱਚ ਕੋਈ ਗੁਰੂ ਵਿਚੋਲਾ ਭਾ ਤਾਂ ਮੈਂ ਮਿਲਦਾ, ਨਹੀਂ ਤੇ ਰੱਬ ਵਿਚੋਲੇ ਬਗੈਰ ਨਹੀਂ ਮਿਲਦਾ। ਤੰਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਘੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲ ਕੰਤ ਪਛਾਣਾ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਤੇ ਬੀਬੀ ਭਾਨੀ ਉੱਤੇ ਇਸ ਗੱਲ ਦਾ ਪ੍ਰਭਾਵ ਰਿਹਾ ਕਿ ਦਾਵਾ ਨਹੀਂ ਕਰਨਾ, ਮੈਂ ਤਾਂ ਗੁਰੂ ਦੀ ਸੁਪੁੱਤਰੀ ਹਾਂ, ਮੈਂ ਤਾਂ ਗੁਰੂ ਦਾ ਦਮਾਦ ਹਾਂ, ਮੈਨੂੰ ਕੀ ਲੋੜ ਹੈ। ਨਹੀਂ, ਦਾਵਾ ਛੱਡ ਕੇ ਸੇਵਾ ਕੀਤੀ, ਸਿਰ ਤੇ ਟੋਕਰੀ ਢੋਂਦੇ ਰਹੇ। ਜਿੱਦਣ ਲਾਹੌਰ ਤੋਂ ਤਾਏ ਚਾਚੇ ਆਏ, ਉਹਨਾਂ ਨੂੰ ਪਤਾ ਲੱਗਾ ਕਿ ਸਾਡਾ ਭਤੀਜਾ ਤਾਂ ਦਮਾਦ ਬਣ ਗਿਆ ਗੁਰੂ ਅਮਰਦਾਸ ਮਹਾਰਾਜ ਦਾ, ਭੱਲਿਆਂ ਦਾ ਦਮਾਦ ਹੈ। ਉਧਰੋਂ ਲੰਘਦੇ ਜਰਨੈਲੀ ਸੜਕ ਤੋਂ ਰਾਤ ਪੈ ਗਈ, ਬੜੇ ਮਾਣ ਨਾਲ ਗੋਇੰਦਵਾਲ ਸਾਹਿਬ ਆਏ, ਆ ਕੇ ਪੁੱਛਦੇ ਨੇ ਬਈ ਸਾਡਾ ਭਤੀਜਾ ਵਿਆਹਿਆ ਹੋਇਆ ਗੁਰੂ ਅਮਰਦਾਸ ਮਹਾਰਾਜ ਵੱਲ, ਅਸੀਂ ਉਹਨੂੰ ਮਿਲਣਾ ਭਾਈ ਜੇਠਾ। ਤੇ ਜਿੱਤੋਂ ਪੁੱਛਿਆ ਉਹਨੇ ਕਿਹਾ ਅੱਛਾ ਭਾਈ ਜੇਠਾ ਜੀ ਨੂੰ ਮਿਲਣਾ, ਉਹ ਜਿਹੜੇ ਮਿੱਟੀ ਦੀ ਟੋਕਰੀ ਸੁੱਟ ਕੇ ਆ ਰਹੇ ਨਾ, ਉਹ ਭਾਈ ਜੇਠਾ ਜੀ। ਲੰਬਾ ਦਾੜਾ ਮਿੱਟੀ ਨਾਲ ਭਰਿਆ ਹੋਇਆ, ਮੁੰਡਾਸਾ ਸਿਰ ਤੇ ਮਾਰਿਆ, ਟੋਕਰੀਆਂ ਢੋ ਰਹੇ ਨੇ, ਕੱਪੜੇ ਮਿੱਟੀ ਨਾਲ ਭਰੇ ਵੇਖੇ। ਤਿੰਨੇ ਹੀ ਬਜ਼ੁਰਗਾਂ ਨੇ ਸਾਹਮਣੇੋਂ ਘੇਰ ਕੇ ਕਿਹਾ ਕਾਕਾ ਤੂੰ ਜੇਠਾ ਹੈ? ਹਾਂਜੀ ਮੈਨੂੰ ਜੇਠਾ ਕਹਿੰਦੇ ਨੇ। ਤੂੰ ਹਰਦਾਸ ਦਾ ਪੁੱਤਰ ਜੇਠਾ ਹੈ? ਇੱਕ ਬਜ਼ੁਰਗ ਨੇ ਕਿਹਾ ਉਹ ਕਾਕਾ ਤੂੰ ਤਾਂ ਸਾਡੀ ਨੱਕ ਹੀ ਕਟਾ ਕੇ ਰੱਖ ਦਿੱਤੀ। ਸੋਢੀਆਂ ਦੀ ਕੁੱਲ ਵਿੱਚ ਨਕੰਮੇ ਤੋਂ ਨਕੰਮਾ ਬੱਚਾ ਪੈਦਾ ਹੋ ਜਾਏ, ਉਹ ਵੀ ਕਦੇ ਸਹੁਰਿਆਂ ਦੇ ਘਰ ਨੌਕਰ ਨਹੀਂ ਬਣਿਆ, ਤੂੰ ਸਹੁਰਿਆਂ ਦੇ ਘਰ ਨੌਕਰ ਬਣਿਆ। ਸੋਢੀਆਂ ਦੀ ਕੁੱਲ ਵਿੱਚ ਨਕੰਮੇ ਤੋਂ ਨਕੰਮਾ ਕੋਈ ਬੱਚਾ ਹੋਵੇ, ਉਹ ਵੀ ਸਹੁਰਿਆਂ ਦੇ ਘਰ ਨੌਕਰ ਨਹੀਂ ਰਹਿੰਦਾ, ਉਹ ਤੂੰ ਸਹੁਰਿਆਂ ਦੇ ਘਰ ਨੌਕਰ ਬਣਿਆ, ਟੋਕਰੀਆਂ ਢੋਣਾ। ਅਸੀਂ ਤੇਰੇ ਤਾਏ ਚਾਚੇ ਲੱਗਦੇ ਮਾਣ ਨਾਲ ਆਏ ਸੀ, ਸੋਢੀਆਂ ਦਾ ਲੜਕਾ ਦਮਾਦ ਹੈ ਭੱਲਿਆਂ ਦਾ, ਸਾਡਾ ਵੀ ਮਾਣ ਸਤਿਕਾਰ ਹੋਏਗਾ, ਤੂੰ ਤਾਂ ਸਹੁਰੇ ਘਰ ਨੌਕਰ ਬਣਿਆ। ਅੱਗੋਂ ਅੱਖਾਂ ਨੀਵੀਆਂ ਕਰ ਲਈਆਂ, ਬੋਲੇ ਨਹੀਂ ਕੁਝ। ਇਹ ਨਹੀਂ ਕਿਹਾ ਮੈਨੂੰ ਭਤੀਜਾ ਕਹਿਣ ਵਾਲਿਓ, ਜਿੱਦਣ ਮਾਂ ਪਿਓ ਦਾ ਸਾਇਆ ਸਿਰ ਤੋਂ ਉੱਠ ਗਿਆ ਸੀ, ਤੁਸੀਂ ਕਿਸੇ ਨੇ ਬਾਂਹ ਨਹੀਂ ਫੜੀ ਮੇਰੀ। ਮੈਂ ਘੁੰਗਣੀਆਂ ਵੇਚਣ ਵਾਲਾ, ਮੈਨੂੰ ਗੁਰੂ ਅਮਰਦਾਸ ਮਹਾਰਾਜ ਨੇ ਦਮਾਦ ਬਣਾਇਆ ਆਪਣਾ, ਤੁਸੀਂ ਤਾਂ ਬਾਂਹ ਨਹੀਂ ਫੜੀ। ਮੋਹਰਿਓਂ ਜਵਾਬ ਤਲਬੀ ਪਤਾ ਕਿਉਂ ਨਹੀਂ ਕੀਤੀ? ਸਾਨੂੰ ਗੁਰੂ ਨੇ ਸਿਖਾਇਆ ਆਪਣੇ ਜੀਵਨ ਵਿੱਚ, ਆਪਣੇ ਵੱਡਿਆਂ ਦੇ ਮੋਹਰੇ ਜਵਾਬ ਤਲਬੀ ਨਹੀਂ ਕਰੀਦੀ, ਆਪਣੇ ਵੱਡਿਆਂ ਦਾ ਅਦਬ ਸਤਿਕਾਰ ਕਰਨਾ। ਇਹ ਗੱਲ ਯਾਦ ਰੱਖਿਓ, ਤੁਹਾਤੋਂ ਉਮਰ ਵਿੱਚ ਵੱਡਾ ਕੋਈ ਤਾਇਆ ਚਾਚਾ ਘਰ ਪਰਿਵਾਰ ਵਾਲਾ ਮਾਂ ਪਿਓ ਹੈ, ਉਹਦਾ ਅਦਬ ਸਤਿਕਾਰ ਕਰੋ। ਤੁਸੀਂ ਸਤਿਕਾਰ ਕਰੋਗੇ ਤੁਹਾਡਾ ਸਤਿਕਾਰ ਜ਼ਰੂਰ ਹੋਏਗਾ, ਤੁਸੀਂ ਨਰਾਦਰੀ ਕਰੋਗੇ ਮਾਂ ਪਿਓ ਦੀ ਤੁਹਾਡੀ ਵੀ ਹੋਏਗੀ। ਇਹ ਤਾਂ 20 ਸਾਲਾਂ ਬਾਅਦ ਸ਼ੀਸ਼ਾ ਹੈ ਨਾ, ਸਾਹਮਣੇ ਘੁੰਮ ਜਾਂਦਾ, ਇਦਾਂ ਹੀ ਹੋਣਾ। ਜੋ ਕੀਤਾ ਉਹ ਤੁਹਾਡੇ ਵੱਲ ਘੁੰਮ ਜਾਣਾ ਜਦੋਂ ਵੰਗਾਂ ਆਉਣਗੀਆਂ ਘਰ 'ਚ। ਵੱਡਿਆਂ ਦਾ ਅਦਬ ਕਰਨਾ। ਅੱਜ ਉਹ ਗੁਰੂ ਸਾਹਮਣੇ ਕਿਉਂ ਨਹੀਂ ਬੋਲਿਆ? ਧੰਨ ਗੁਰੂ ਰਾਮਦਾਸ ਮਹਾਰਾਜ ਭਾਈ ਜੇਠਾ ਜੇ ਗੁਰੂ ਬਣੇ ਨਹੀਂ, ਪਰ ਆਪਣੇ ਵੱਡਿਆਂ ਦੇ ਸਾਹਮਣੇ ਬੋਲੇ ਨਹੀਂ। ਪਤਾ ਕਿਉਂ? ਇੱਕ ਦਿਨ ਦੁਨੀਆ ਦੇ ਲੋਕਾਂ ਨੂੰ ਉਸੇ ਗੁਰੂ ਨੇ ਗੁਰੂ ਬਣ ਕੇ ਕਹਿਣਾ, ਕਾਹੇ ਪੂਤ ਝਗਰਤ ਹੋ ਸੰਗ ਭਾਪ, ਜਿਨ ਕੇ ਜਣੇ ਵਡੀਰੇ ਤੁਮ ਹੋ, ਤਿੰਨ ਸਿਉ ਝਗਰਤ ਪਾਪ। ਵੱਡਿਆਂ ਨਾਲ ਝਗੜਾ ਕਰਨਾ ਪਾਪ ਹੁੰਦਾ ਹੈ, ਖਾਸ ਕਰਕੇ ਜਨਮ ਦੇਣ ਵਾਲੇ ਪਿਓ ਨਾਲ ਝਗੜਾ ਕਰਨਾ ਪਾਪ ਹੈ।
ਅੱਖਾਂ ਝੁਕ ਗਈਆਂ, ਹੰਝੂ ਆ ਗਏ। ਕੀ ਕਹਿ ਰਹੇ ਨੇ? ਨਿਕੰਮੇ ਤੋਂ ਨਿਕੰਮਾ ਵੀ ਸੋਢੀਆਂ ਦੇ ਘਰ ਲੜਕਾ ਹੋਵੇ, ਉਹ ਵੀ ਸਹੁਰੇ ਘਰ ਨੌਕਰ ਨਹੀਂ ਬਣਦਾ। ਤੂੰ ਨੌਕਰ ਬਣਿਆ, ਸਹੁਰੇ ਘਰ ਟੋਕਰੀ ਢੋਣਾ। ਇੰਨੇ ਨੂੰ ਸ੍ਰੀ ਗੁਰੂ ਅਮਰਦਾਸ ਮਹਾਰਾਜ ਇੱਧਰੋਂ ਆ ਗਏ। ਅੱਖਾਂ ਭਰੀਆਂ ਭਾਈ ਜੇਠੇ ਦੇ ਕੰਨ ਉੱਤੇ ਮੋਢਿਆਂ ਤੇ ਹੱਥ ਧਰ ਕੇ ਪਾਤਸ਼ਾਹ ਨੇ ਕਿਹਾ, ਜੇਠਿਆ ਮਨ ਕਿਉਂ ਹੌਲਾ ਕਰਦਾ? ਦੱਸੋ ਬਜ਼ੁਰਗੋ ਕੀ ਕਹਿ ਰਹੇ ਹੋ ਜੇਠੇ ਨੂੰ? ਕਹਿੰਦੇ ਮਹਾਰਾਜ ਚਲੋ ਇਹ ਤਾਂ ਸਮਝੀਏ ਵੇ ਬੱਚਾ ਹੈ, ਤੁਸੀਂ ਤਾਂ ਮਹਾਰਾਜ ਸਿਆਣੇ ਹੋ, ਕੋਈ ਜਵਾਈਆਂ ਕੋਲੋਂ ਵੀ ਟੋਕਰੀਆਂ ਢਵਾਉਂਦਾ, ਕੋਈ ਜਵਾਈਆਂ ਕੋਲੋਂ ਵੀ ਇਸ ਤਰ੍ਹਾਂ ਕੰਮ ਕਰਾਉਂਦਾ। ਪਾਤਸ਼ਾਹ ਤੁਸੀਂ ਇਹਨੂੰ ਘਰ ਵਿੱਚ ਨੌਕਰ ਰੱਖਿਆ ਹੈ। ਹੇ ਗੁਰੂ ਅਮਰਦਾਸ ਮਹਾਰਾਜ, ਇਹਨੇ ਤਾਂ ਸਾਡੇ ਸੋਢੀਆਂ ਦੀ ਕੁੱਲ ਨੀਵੀਂ ਕਰਕੇ ਰੱਖ ਦਿੱਤੀ, ਨੱਕ ਨੀਵਾਂ ਕਰਾ ਦਿੱਤਾ। ਸਾਡੇ ਕੁੱਲ ਇੰਨੀ ਉੱਚੀ ਸੋਢੀਆਂ ਦੀ, ਨਿਕੰਮੇ ਤੋਂ ਨਿਕੰਮਾ ਬੱਚਾ ਵੀ ਸੋਢੀਆਂ ਦਾ ਕਦੇ ਸਹੁਰੇ ਘਰ ਨੌਕਰ ਨਹੀਂ ਹੁੰਦਾ। ਭਾਈ ਜੇਠੇ ਨੂੰ ਤੁਸੀਂ ਸਹੁਰੇ ਘਰ ਨੌਕਰ ਰੱਖਿਆ। ਜਿਹੜੀ ਗੱਲ ਫਿਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕਹੀ, ਪਾਤਸ਼ਾਹ ਨੇ ਮੋਢਿਆਂ ਤੇ ਹੱਥ ਧਰ ਕੇ ਕਿਹਾ, ਜੇਠਿਆ ਇਹ ਟੋਕਰੀ ਢੋਣ ਦੀ ਗੱਲ ਇਹਨਾਂ ਨੂੰ ਸਮਝ ਨਹੀਂ ਪਏਗੀ। ਪਾਤਸ਼ਾਹ ਨੇ ਸਿੱਧਾ ਉਹ ਬਜ਼ੁਰਗਾਂ ਨੂੰ ਕਿਹਾ, ਉਹ ਸੋਢੀਆਂ ਦੀ ਕੁੱਲ ਦਾ ਮਾਣ ਕਰਨ ਵਾਲਿਓ, ਸੱਚ ਪੁੱਛਦੇ ਹੋ ਤੇ ਸੱਚਾਈ ਇਹ ਹੈ, ਤੁਹਾਡੀ ਕੁੱਲ ਵਿੱਚ ਅੱਜ ਤੱਕ ਕੋਈ ਪੈਦਾ ਹੋਇਆ ਹੀ ਨਹੀਂ ਜਿਹੜਾ ਕੁੱਲ ਦਾ ਨਾਮ ਉੱਚਾ ਕਰ ਸਕੇ। ਜਿਹਨੂੰ ਤੁਸੀਂ ਕਹਿੰਦੇ ਹੋ ਨੱਕ ਨੀਵੀਂ ਕਰਾ ਦਿੱਤੀ, ਇਹ ਪਿਤਰੀ ਹੋਏ ਉਧਾਰੋਂ ਵਾਲੀਆਂ ਬਖਸ਼ਿਸ਼ਾਂ ਲੈ ਕੇ ਆਇਆ। ਇੱਕ ਦਿਨ ਇਸੇ ਜੇਠੇ ਨੇ ਤੁਹਾਡੀ ਕੁੱਲ ਉੱਚੀ ਕਰਨੀ ਹੈ। ਜੇ ਤੁਹਾਡੀ ਕੁੱਲ ਵਿੱਚ ਜੇਠਾ ਨਾ ਜਨਮ ਲੈਂਦਾ, ਤੁਹਾਡੇ ਪਿਤਰਾਂ ਨੇ ਨਰਕਾਂ ਵਿੱਚ ਹੀ ਸੜ ਜਾਣਾ ਸੀ। ਇਹ ਤਾਂ ਤੁਹਾਡੇ ਪਿਤਰਾਂ ਨੂੰ ਵੀ ਤਾਰਨ ਆਇਆ। ਇਹ ਪਿਤਰੀ ਹੋਏ ਉਧਾਰੋਂ ਵਾਲੀ ਬਖਸ਼ਿਸ਼ ਲੈ ਕੇ ਆਇਆ। ਉਦਣ ਪਾਤਸ਼ਾਹ ਨੇ ਕੰਧ ਤੇ ਹੱਥ ਧਰ ਕੇ ਬਖਸ਼ਿਸ਼ਾਂ ਕਰਕੇ ਕਿਹਾ, ਜੇ ਇਹ ਨ ਜਨਮਿਓ ਵੰਸ ਤੁਮਾਰੇ, ਜੇ ਤੁਹਾਡੀ ਕੁੱਲ ਵਿੱਚ ਇਹ ਜਨਮ ਨਾ ਲੈਂਦਾ। ਅੱਜ ਪਿਛਾਂ ਖਲੋਤੇ ਹਾਂ, ਬੀਬੀ ਭਾਨੀ ਦੀਆਂ ਅੱਖਾਂ ਵੀ ਭਰ ਆਈਆਂ। ਇੰਨੀਆਂ ਬਖਸ਼ਿਸ਼ਾਂ ਗੁਰੂ ਅਮਰਦਾਸ ਮਹਾਰਾਜ ਉਹਨੂੰ ਕਰ ਰਹੇ ਨੇ ਜਿਹਦੇ ਲੜ ਮੈਨੂੰ ਲਾਇਆ। ਲੋਕ ਲਾਜ ਤਿਆਗ ਕੇ ਜਿਹਨੇ ਸੇਵਾ ਕੀਤੀ ਹੈ। ਨਿਮਰਤਾ ਦੇ ਪੁੰਜ ਦਇਆ ਸਿੰਧ ਨੇ ਗੁਰੂ ਰਾਮਦਾਸ ਮਹਾਰਾਜ, ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਚਨ ਕਹੇ, ਬਜ਼ੁਰਗੋ ਸੁਣੋ, ਜੇ ਇਹ ਨ ਜਨਮਿਓ ਵੰਸ ਤੁਮਾਰੇ, ਗਿਰਤ ਨਰਕ ਮੈਂ ਪਿਤਰ ਤੁਮਾਰੇ। ਜੇ ਤੁਹਾਡੀ ਕੁੱਲ ਵਿੱਚ ਜੇਠਾ ਜਨਮ ਨਾ ਲੈਂਦਾ, ਤੁਹਾਡੇ ਪਿਤਰ ਵੀ ਨਰਕਾਂ ਵਿੱਚ ਸੜਨੇ ਸੀ। ਜੇਠੇ ਕਰਕੇ ਤੁਹਾਡੀ ਕੁੱਲ ਉੱਚੀ ਹੋ ਗਈ। ਇੱਕ ਦਿਨ ਦੁਨੀਆ ਦੇ ਲੋਕ ਇਹਨੂੰ ਪਾਤਸ਼ਾਹ ਕਹਿਣਗੇ, ਦੁਨੀਆ ਦੇ ਲੋਕ ਇਹਨੂੰ ਸੋਢੀ ਸੁਲਤਾਨ ਪਾਤਸ਼ਾਹ ਕਹਿਣਗੇ। ਵਕਤ ਹੋਣਾ ਜਿਹਨੂੰ ਤੁਸੀਂ ਘੁੰਗਣੀਆਂ ਵੇਚਣ ਛੱਡ ਦਿੱਤਾ ਸੀ, ਉਹਨੇ ਦੁਨੀਆ ਦਾ ਪਾਤਸ਼ਾਹ ਬਣਨਾ। ਔਰ ਸੱਚਮੁੱਚ ਫਿਰ ਸਾਧ ਸੰਗਤ ਤੋਂ ਵਕਤ ਆਇਆ, ਜਿੱਦਣ ਸਭ ਵਿਦ ਮਾਨਿਓ ਮਨ, ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰ ਰਾਮਦਾਸ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਤਖਤ ਸਿੰਘਾਸਣ ਤੇ ਬਿਠਾਇਆ। ਉਦਣ ਫਿਰ ਦੁਨੀਆ ਉਸੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਕਹਿ ਰਹੀ ਸੀ ਕਿ ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ, ਬੈਠਾ ਰਾਮਦਾਸ ਸਤਿਗੁਰੂ ਕਹਾਵੇ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਬੈਠਾ ਸੋਢੀ, ਬੈਠਾ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ, ਬੈਠਾ ਸੋਢੀ ਪਾਤਸ਼ਾਹ, ਬੈਠਾ ਸੋਢੀ ਪਾਤਸ਼ਾਹ, ਅੰਮ੍ਰਿਤ ਸਰ ਵਿੱਚ ਜੋਤ ਜਗ, ਬੈਠਾ ਸੋਢੀ, ਬੈਠਾ ਰਾਮਦਾਸ ਸਤਿਗੁਰੂ ਕਹਾਵੇ, ਬੈਠਾ ਸੋਢੀ ਪਾਤਸ਼ਾਹ,
बैठा सोडी पातशाह रामदास सतगुरु का। बैठा सोडी बैठा सोडी पातशाह। आखो सतनाम श्री। धन गुरु रामदास महाराज तखत सिंघासन दे मालक बने। श्री गुरु अमरदास महाराज जी ने अज मान पता कितना वड्डा दिता है। जदों तखत सिंघासन ते बिठाया सब विद मान्यो मन तभी भैओ प्रसन्न राज जोग तखत दियन गुरु रामदास। उदन तखत ते बिठा के नमस्कार करके पहला हुक्म गुरु अमरदास महाराज ने किया, जिन्ना मेरा परिवार है उठ के एक कतार विच लग के गुरु रामदास नूं मत्था टेको। वड्डे पुत्रां नूं कहा, बेटा मोरी मोहन जिन्हां दे अंदर वखीली है जो भी दूर कर दिओ। कतार विच लग के अपने पुत पोते धी जवाई पड़पोते सब नूं कहा, उठ के गुरु रामदास साहब महाराज नूं मत्था टेको। जेड़ा चित्त विच ईरखा रखेगा वह दूर हो जाएगा। जे चित्त विचों वखीली ईरखा छड्ड के नमस्कार करोगे अज ही तुहाडे वास्ते मुक्ति दे दरवाजे खुलणगे। गुरु रामदास नूं मत्था टेको। सारे परिवार ने मत्था टेकिया। पातशाह ने हुक्म किया, अंते सतगुर बोलिया। सतगुर भाने अपने वह परिवार सदाया। पूरा परिवार पातशाह ने सद्या। हुक्म किया, मोहरी पुत सन्मुख होया रामदासे पैरी पाए जियो। सब पवे पैरी सतगुर केरी जिथे गुरु आप रखिया। कोई कर वखीली निवे नहीं फिर सतगुर आन निभाया। सब नूं कहा मत्था टेको। अज बीबी भानी अखां विचों जल कर रहा है। सब कुछ वेख के कदे जिहनूं लोग घुंगणियां वेचण वाला कहिंदे सी, मेरी मां ने भी कहा सी जेठे दा घर छोटा है, जेठा घुंगणियां वेचण वाला है, मैं अपनी धी भानी नूं कुल्ली वे थोड़ी घल्लड़े। अज बीबी भानी दी अखां चों भी अथरू चोंदे ने की वेख के कि मेरे सिर दे साईं धन गुरु रामदास साहब नूं सारे मत्था टेक रहे। 3.5 घड़ियां संगत मत्था टेकदी रही। साध संगत एडी लंबी कतार लग गई मत्था टेकण। पहला परिवार फिर संगत सब ने नमस्कार की। जो कुछ उस वक्त वापरिया वो गुरु अमरदास महाराज दे पड़पोते ने लिखिया। फिर सब कुछ धन बाबा सुंदर जी ने। हर गुरै भाणा दी वडियाई। पढ़ो, हर गुरै भाणा दी वडियाई तुर लिखिया लेख रजाए जियो। कह सुंदर सुनो संतो सब जगत पैरी पाए जियो। गुरु रामदास महाराज के चरणों च पूरा जगत चुक गया। धन गुरु अमरदास महाराज जी ने बख्शिश की। फिर उसे धन गुरु रामदास सच्चे पातशाह के घर माता भानी जी की कुख तो 3 सपुत्रां का जन्म होया। वड्डे बाबा प्रिथी चंद, उन्हों तो छोटे बाबा महादेव और तीजे नंबर उत्ते प्रतख हर धन गुरु अर्जन देव महाराज। श्री गुरु अर्जन देव महाराज का प्रकाश होया। जिथे साध संगत मां भानी की कुख तो गुरु अर्जन देव महाराज प्रतख रब का प्रकाश होया। फिर गुरु अर्जन देव महाराज ने कहा, दुनिया के लोगों मां की असीस पुत नूं लगदी है। मां की असीस पुत नूं लगदी है। करोड़ों रुपया खर्च के तुसी पदार्थ लै सकते हो पर मां की असीस नहीं लै सकते। कितों मुल विकदियां होण ना मां दी असीसां, तुसी लै लो, मुल नहीं विकदियां। मैं कई बार कहना ना, पैसे नाल नौकर मिल जाते ने, बच्चे पालन वालियां नौकरानियां मिल सकदियां ने, पर सज्जणों पैसे नाल मां नहीं मिल सकती। जिन्हां नूं मां दा सुख गवाचे उन्हां कोलों पुछो मां दा की मुल है। पैसे नाल तुहानूं बच्चे पालण लई नौकरानियां मिल जांदियां ने, रख सकते हो तुसीं 10-20 हज़ार दे के, वो बच्चे की केयर करनगे 24 घंटे। पर
ਮਾਂ ਵਰਗੀ ਮਮਤਾ ਕਿੱਥੋਂ ਲਿਆਉਂਗੇ ਤੁਸੀਂ? ਅਨਾਥ ਆਸ਼ਰਮ ਵਿੱਚ ਮੈਂ ਵੇਖਿਆ ਕੁਝ ਬੱਚੇ ਅਸੀਂ ਥੋੜੇ ਸਾਲ ਪਹਿਲਾਂ ਅਡਾਪਟ ਕੀਤੇ ਆਪਣੇ ਕਾਲਜ ਲਈ। ਮਾਂ ਦੇ ਪਲੇ ਹੋਏ ਬੱਚੇ ਤੇ ਆਸ਼ਰਮ ਵਿੱਚ ਪਲੇ ਹੋਏ ਬੱਚੇ, ਜ਼ਮੀਨ ਅਸਮਾਨ ਦਾ ਫਰਕ ਹੈ। ਹੁਣ ਤਾਂ ਨੈਨੀ ਦਾ ਕੋਰਸ ਚੱਲਦਾ ਹੈ, ਲੋਕ ਵਿਦੇਸ਼ ਜਾਂਦੇ ਨੇ, ਬੱਚੇ ਪਾਲਣ ਵਾਲੇ ਉਹ ਕੋਰਸ ਕਰਵਾਇਆ ਜਾਂਦਾ ਹੈ, ਉਹਦੀ ਜੌਬ ਹੈ ਇੱਕ ਵੱਖਰੀ। ਪਰ ਇਹ ਸੱਚਾਈ ਹੈ, ਜਿਨ੍ਹਾਂ ਦੀ ਜੌਬ ਬੱਚੇ ਸੰਭਾਲਣ ਦੀ ਹੁੰਦੀ ਨਾ ਆਸ਼ਰਮ ਵਿੱਚ, ਹੁਣ ਸਾਡੇ ਉੱਥੇ ਆਸ਼ਰਮ ਵਿੱਚ ਉਹ ਕੈਮਰੇ ਲਾਉਣੇ ਪੈ ਗਏ ਕਈ ਸਾਲ ਪਹਿਲਾਂ। ਕਿਉਂ? ਕਿਉਂਕਿ ਉਹਨੂੰ ਜੌਬ ਸਮਝਦੇ ਨੇ। ਮਾਂ ਬੱਚੇ ਨੂੰ ਪਾਲਣ ਦੀ ਜੌਬ ਨਹੀਂ ਹੈ। ਮੋਹ ਮਮਤਾ ਪਿਆਰ ਤੋਂ ਬਗੈਰ ਬੱਚਾ ਪਾਲਿਆ ਨਹੀਂ ਜਾ ਸਕਦਾ। ਸਾਧ ਸੰਗਤ, ਬਾਹਰੀ ਤੌਰ ਤੇ ਠੀਕ ਹੈ, ਲੋਕਾਂ ਜੌਬਾਂ ਕ੍ਰੀਏਟ ਕਰ ਲਈਆਂ ਨੇ। ਉਹ ਜਿਹਨਾਂ ਮਾਈਆਂ ਦੀ ਜੌਬ ਹੁੰਦੀ ਸੀ ਨਾ 8 ਤੋਂ 4, 4 ਤੋਂ 12, ਇੱਦਾਂ ਉਹਨੇ ਵੇਖਣਾ ਵੀ ਮੇਰੀ 4 ਵਜੇ ਜੌਬ ਖਤਮ ਹੋਣੀ ਹੈ, 3 ਵਜੇ ਹੀ ਆਪਣਾ ਪਰਸ ਸੰਭਾਲਣ ਲੱਗ ਪੈਣੀ ਹੈ, ਕਿਉਂ 4 ਵਜੇ ਡਿਊਟੀ ਜੂ ਖਤਮ ਹੋਣੀ ਹੈ, ਘਰ ਨੂੰ ਜਾਣਾ ਹੈ। ਮਨ ਦੇ ਅੰਦਰ ਇੱਕੋ ਹੀ ਹੁੰਦਾ ਹੈ ਵੀ ਜਿਹੜੇ 3 ਬੱਚੇ ਮੇਰੇ ਕੋਲ ਦਿੱਤੇ ਨਾ, ਉਹਨਾਂ ਨੂੰ ਕਦੋਂ ਦੁੱਧ ਦੇਣਾ, ਮਿਲਕ ਦੇਣਾ, ਕਿੰਨੇ ਵਜੇ ਦਲੀਆ ਦੇਣਾ, ਕਿੰਨੇ ਵਜੇ ਮੈਡੀਸਨ ਦੇਣੀ, ਉਹ ਡਿਟੇਲ ਹੁੰਦੀ ਪੂਰੀ। ਜਿਹੜੇ 3 ਬੱਚੇ ਮੇਰੇ ਕੋਲ ਨੇ 8 ਤੋਂ 4, ਉਹ 3 ਵਜੇ ਸੋਚਣ ਲੱਗ ਪੈਂਦੀਆਂ ਨੇ ਇਹ ਬੱਚੇ ਹੁਣ ਪੋਟੀ ਨਾ ਕਰਨ, ਇਹਨਾਂ ਦਾ ਡਾਈਪਰ ਨਾ ਚੇਂਜ ਕਰਨਾ ਪਏ, ਜਿਹੜੀ 4 ਵਜੇ ਆਊਗੀ ਨਾ ਉਹੀ ਕਰੂਗੀ। ਹੱਥ ਲਾ ਕੇ ਵੇਖਦੀਆਂ, ਜੇ ਮਾੜਾ ਜਿਹਾ ਘੱਟ ਗਿੱਲਾ ਡਾਈਪਰ ਚੇਂਜ ਹੀ ਨਹੀਂ ਕਰਦੀਆਂ। ਜਿਹਨੇ 4 ਵਜੇ ਆਉਣਾ ਆਪੇ ਕਰੇ, ਮੈਂ ਕਿਉਂ ਕਰਾਂ? ਕਦੇ ਮਾਂ ਵੀ ਇਦਾਂ ਕਰਦੀ ਹੈ। ਭੋਜਨ ਪ੍ਰਸ਼ਾਦਾ ਪਰੋਸ ਕੇ ਰੱਖਿਆ ਹੋਵੇ, ਸਾਰਾ ਪਰਿਵਾਰ ਛਕਣ ਲਈ ਬੈਠਾ ਹੋਵੇ, ਤੁਹਾਡਾ ਬੱਚਾ ਗੰਦਗੀ ਕਰਦਾ, ਪਹਿਲਾਂ ਮਾਂ ਸਾਰਾ ਕੁਝ ਛੱਡ ਕੇ ਬੱਚੇ ਨੂੰ ਧੋਂਦੀ ਹੈ। ਇਸ ਲਈ ਪੈਸਿਆਂ ਨਾਲ ਨੌਕਰ ਮਿਲ ਜਾਂਦੇ ਨੇ, ਮਾਵਾਂ ਨਹੀਂ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਣੀ ਅੰਦਰ ਬਚਨ ਕਿਹਾ, ਪੁੱਤ ਨੂੰ ਅਸੀਸ ਮਾਂ ਦੀ ਲੱਗਦੀ ਹੈ, ਪੁੱਤਾ ਮਾਤਾ ਕੀ ਆਸੀਸ। ਇਹ ਅਸੀਸ ਮਾਤਾ ਭਾਨੀ ਜੀ ਨੇ ਦਿੱਤੀ ਹੈ। ਤਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਕਿਹਾ, ਪੁੱਤਾ ਮਾਤਾ ਕੀ ਆਸੀਸ। ਕੀ ਆਸੀਸ? ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਬਜੋ ਜਗਦੀਸ਼। ਐ ਮੇਰੇ ਪੁੱਤਰ, ਤੈਨੂੰ ਰੱਬ ਦਾ ਨਾਮ ਨਾ ਭੁੱਲੇ। ਤੁਹਾਨੂੰ ਵੀ ਬੇਨਤੀ ਹੈ ਭਾਈ ਬੀਬੀਓ, ਆਪਣੇ ਪੁੱਤਾਂ ਨੂੰ ਅਸੀਸ, ਬੱਚਿਆਂ ਨੂੰ ਨਾਮ ਦੀ ਦਿਆ ਕਰੋ। ਆਪਾਂ ਕੀ ਦਿੰਨੇ ਉਹੀ ਸਭ ਕੁਝ ਰੌਲਾ ਚੱਲ ਰਿਹਾ। ਪਹਿਲੀ ਗੱਲ ਤਾਂ ਇਹ ਮਾਫ ਕਰਿਓ, ਅੱਜ ਦੀ ਮਾਂ ਵੀ ਮੋਬਾਈਲ ਉੱਤੇ ਬਿਜੀ ਹੈ। ਉਹ ਜਾਂ ਤਾਂ ਘਰ ਵਾਲੇ ਦਾ ਮੋਬਾਈਲ ਚੁੱਕ ਕੇ ਬੱਚੇ ਨੂੰ ਫੜਾ ਦਿੰਦੀ ਵੀ ਮੇਰਾ ਮੋਬਾਈਲ, ਮੇਰੀ ਫੇਸਬੁੱਕ ਚੱਲੀ ਜਾਵੇ, ਤੇ ਉਹ ਘਰ ਵਾਲਾ ਉਹ ਚੁੱਕ ਦਿੰਦਾ। ਹੁਣ ਤੇ ਇੱਕ ਵੱਖਰਾ ਹੀ ਰੱਖਿਆ, ਬੱਚਿਆਂ ਲਈ ਵੱਖਰਾ ਮੋਬਾਈਲ। ਮਾਂ ਜੁਦੀ ਮੋਬਾਈਲ ਤੇ ਲੱਗੀ ਹੈ, ਪਿਓ ਜੁਦਾ ਹੈ, ਬੱਚੇ ਨੂੰ ਵੱਖਰਾ ਮੋਬਾਈਲ ਦਿੱਤਾ, ਉਹ ਕਾਰਟੂਨਾਂ ਤੇ ਲੱਗਿਆ। ਕਿਹੜੀ ਮਾਂ ਹੈ ਜਿਹੜਾ ਪਾਠ ਕਰਨ ਲੱਗਿਆ ਬੱਚੇ ਨੂੰ ਗੋਦੀ 'ਚ ਬਿਠਾਉਂਦੀ ਹੈ? ਉਹ ਕੋਈ ਭਾਗਾਂ ਵਾਲੀਆਂ ਮਾਵਾਂ ਨੇ। ਸਾਧ ਸੰਗਤ, ਬਾਅਦ ਵਿੱਚ ਤੁਸੀਂ ਕਹੋ ਬੱਚੇ ਜਿੱਦ ਕਰਦੇ ਨੇ, ਕਹਿਣਾ ਨਹੀਂ ਮੰਨਦੇ, ਆਹ ਕੁਝ ਹੁੰਦਾ। ਇਹਦੇ ਵਿੱਚ ਦੋਸ਼ ਕਿਸੇ ਦਾ ਨਹੀਂ, ਇਹ ਸਭ ਕੁਝ ਅਸੀਂ ਆਪ ਕੀਤਾ। ਤੁਸੀਂ ਵੈਸਟਰਨ ਦੀ ਨਕਲ ਕਰੋਗੇ, ਉੱਥੇ 18 ਸਾਲ ਤੋਂ ਬਾਅਦ ਬੱਚਾ ਮਾਂ ਪਿਓ ਨੂੰ ਛੱਡ ਦਿੰਦਾ। ਤੁਹਾਡੀ ਮੈਨੂੰ ਪ੍ਰਾਪਰਟੀ ਦੀ ਲੋੜ ਨਹੀਂ, ਤੁਹਾਡੀ ਕਿਸੇ ਚੀਜ਼ ਦੀ ਲੋੜ ਨਹੀਂ, ਗੋਰੇ ਇਕੱਲੇ ਰਹਿੰਦੇ ਨੇ। ਇਹ ਠੀਕ ਹੈ, ਅਸੀਂ ਕੰਮ ਬਣਾ ਲਿਆ ਵੀ ਕੈਨੇਡਾ ਅਮਰੀਕਾ ਨੂੰ ਤੁਸੀਂ ਭੱਜ ਰਹੇ ਹੋ ਆਇਲਟਸ ਕਰਕੇ, ਜਾਓ ਜ਼ਰੂਰ, ਪਰ ਇਹ ਯਾਦ ਰੱਖਿਓ ਸਭ ਤੋਂ ਵੱਡੇ ਜੇ ਪਾਗਲਾਂ ਦੇ ਹਸਪੀਟਲ ਉਹ USA ਤੇ ਕੈਨੇਡਾ ਵਿੱਚ ਨੇ। ਮਾਫ ਕਰਿਓ, ਸਭ ਤੋਂ ਵੱਡੇ ਪਾਗਲਾਂ ਦਾ ਹਸਪਤਾਲ ਹੀ USA ਵਿੱਚ ਹੈ। ਉੱਥੇ ਸਭ ਤੋਂ ਵੱਡਾ ਹਸਪੀਟਲ ਹੈ ਮੈਂਟਲ ਬੰਦਿਆਂ ਦਾ। ਲੋਕ ਪਾਗਲ ਹੋ ਰਹੇ ਨੇ। ਕਿਉਂ? ਡਿਪਰੈਸ਼ਨ ਵੱਧ ਗਿਆ। ਜਿਨ੍ਹਾਂ ਨੂੰ ਪਾਲਿਆ ਕੋਲ ਨਹੀਂ ਰਹਿ ਰਹੇ। ਇਕੱਲਾਪਨ ਬੰਦੇ ਨੂੰ ਪਾਗਲ ਕਰ ਦਿੰਦਾ ਹੈ। ਇਕੱਲਾਪਨ ਬੰਦਾ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਉਹ ਪਾਗਲ ਹੋ ਜਾਂਦਾ ਹੈ। ਜੇ ਤੁਸੀਂ ਚਾਹੁੰਦੇ ਹੋ ਆਪਾਂ ਸੁੱਖ ਵਿੱਚ ਰਹੀਏ, ਪਹਿਲਾਂ ਬੱਚਿਆਂ ਨੂੰ ਬਾਣੀ ਸਿੱਖਿਆ ਨਾਮ ਨਾਲ ਜੋੜੋ। ਇਹ ਬੱਚਿਆਂ ਨੂੰ ਸਿੱਖੀ ਨਾਲ ਜੋੜ ਦੋਗੇ, ਇਹਨਾਂ ਨੂੰ ਯਾਦ ਰਹੇਗਾ ਮਾਂ ਪਿਓ ਦੀ ਸੇਵਾ ਕਰਨੀ ਹੈ। ਸਿੱਖੀ ਨਾਲ ਨਾਮ ਨਾਲ ਜੋੜੋਗੇ, ਇਹ ਬੱਚਿਆਂ ਨੂੰ ਯਾਦ ਰਹੇਗਾ ਕਿ ਮਾਂ ਪਿਓ ਦੀ ਸੇਵਾ ਕਰਨੀ ਹੈ। ਸਾਧ ਸੰਗਤ, ਇਹਨਾਂ ਨੂੰ ਯਾਦ ਰਹੇਗਾ ਕਿ ਮਾਂ ਪਿਓ ਦੀ ਸੇਵਾ ਤੋਂ ਉੱਤਮ ਹੋਰ ਕੋਈ ਸੇਵਾ ਨਹੀਂ। ਪਰ ਜੇ ਆਪਾਂ ਵੈਸਟਰਨ ਦਾ ਕਲਚਰ ਦੇਣਾ, ਲਾਈ ਰੱਖੋ ਕਾਰਟੂਨ, ਚਲਾਈ ਜਾਓ ਮੋਬਾਈਲ, ਫੇਸਬੁੱਕ, ਕਲੇਸਬੁੱਕ, ਉਹ ਸਭ ਕੁਝ ਫਿਰ ਆਪਾਂ ਭੋਗ ਰਹੇ। ਮੈਂ ਇੱਕ ਦਿਨ ਅੱਗੇ ਵੀ ਇੱਥੋਂ ਕਈ ਮਹੀਨੇ ਸਾਲ ਪਹਿਲਾਂ ਲਾਈਵ ਕਿਹਾ ਸੀ
ਡਾਕਟਰ ਡਰਦੇ ਨਹੀਂ ਕਹਿੰਦੇ, ਤੁਹਾਨੂੰ ਕਹਿਣ ਲੱਗ ਪੈਣਗੇ। ਮੇਰੀ ਗੱਲ ਸ਼ਾਇਦ ਨਾ ਤੁਸੀਂ ਮੰਨੋ, ਇੱਕ ਦਿਨ ਵਕਤ ਆਉਣਾ ਜਿੱਦਣ ਮੈਡੀਕਲ ਸਾਇੰਸ ਨੂੰ ਮਜਬੂਰ ਹੋ ਕੇ ਕਹਿਣਾ ਪੈਣਾ ਮੋਬਾਈਲ ਸਭ ਤੋਂ ਵੱਡਾ ਬਿਮਾਰੀਆਂ ਦਾ ਘਰ ਹੈ। ਇਹ ਮੋਬਾਈਲ ਦੀ ਰੇਂਜ ਜਿਹੜੀ ਹੈ ਉਹ ਅਨੇਕਾਂ ਬਿਮਾਰੀਆਂ ਨੂੰ ਕ੍ਰੀਏਟ ਕਰ ਰਹੀ ਹੈ। ਰਾਤੀ ਸੌਣ ਲੱਗਿਆਂ ਆਪਣੇ ਸਰੀਰ ਤੋਂ 10 ਫੁੱਟ ਦੂਰ ਰੱਖੋ ਮੋਬਾਈਲ। ਇਹ ਡਾਕਟਰ ਕਹਿਣ ਵਾਲੇ ਨੇ, ਤੁਹਾਨੂੰ ਕਹਿ ਦੇਣਗੇ ਛੇਤੀ। 25-28 ਸਾਲ ਦੇ ਬੱਚਿਆਂ ਨੂੰ ਸ਼ੂਗਰ ਹੋ ਰਹੀ ਹੈ। 24-24 25-25 ਸਾਲ ਦੇ ਬੱਚੇ ਡਿਪਰੈਸ਼ਨ ਜਾ ਰਹੇ ਨੇ, ਥਾਇਰਾਇਡ ਹੋ ਰਿਹਾ ਹੈ। ਇੱਕ ਤਾਂ ਹੁਣ ਕੇਸ ਆਇਆ 3.5-4 ਸਾਲ ਦਾ ਬੱਚਾ, ਉਹਦੀ ਸ਼ੂਗਰ ਬਹੁਤ ਅਪ ਹੈ। ਇਹ ਜੰਮਦੇ ਬੱਚਿਆਂ ਨੂੰ ਸ਼ੂਗਰ ਹੋਣ ਲੱਗ ਪੈਣੀ। ਤੁਸੀਂ ਮੋਬਾਈਲ ਫਿਰ ਡਾਕਟਰਾਂ ਦੇ ਕਹਿਣ ਤੇ ਦੂਰ ਰੱਖੋਗੇ। ਅੱਜ ਨਹੀਂ, ਇਸ ਚੀਜ਼ ਨੂੰ ਜਿੰਨਾ ਘੱਟ ਯੂਜ਼ ਕਰੋ ਉਨਾ ਸੁਖੀ ਰਹੋਗੇ। ਇਹਨੂੰ ਵੱਧ ਤੋਂ ਵੱਧ ਬੰਦ ਰੱਖਿਆ ਕਰੋ, ਬਹੁਤਾ ਨਾ ਚਲਾਓ। ਪਰ ਅਸੀਂ ਤਾਂ ਉਨੀ ਦੇਰ ਬੰਦ ਹੀ ਨਹੀਂ ਕਰਦੇ ਜਦ ਤੱਕ ਉਹਦਾ ਨੈਟ ਪੈਕ ਨਾ ਮੁੱਕ ਜਾਏ, ਜਾਂ ਫਿਰ ਆਪਣਾ ਨਾ ਸਿਰ ਦੁਖਣ ਲੱਗ ਜਾਏ। ਸਵੇਰੇ ਫਿਰ ਮੇਰਾ ਸਿਰ ਦੁਖਦਾ ਜੀ। ਜੇ ਸਾਧ ਸੰਗਤ 12-1 ਵਜੇ ਤੱਕ ਤੁਸੀਂ ਮੋਬਾਈਲ ਚਲਾਉਣੇ ਨੇ, ਫਿਰ ਤੁਹਾਨੂੰ ਸੁਖੀ ਕੌਣ ਕਰ ਸਕਦਾ? ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ। ਇਹ ਪੁਰਬ ਮਨਾਉਣ ਦਾ ਭਾਵ ਹੈ। ਜੇ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਸੇਵਾ ਕੀਤੀ, ਪ੍ਰਭਾਵ ਬੀਬੀ ਭਾਨੀ ਜੀ ਤੇ ਰਿਹਾ। ਜੇ ਬੀਬੀ ਭਾਨੀ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਸੇਵਾ ਕਮਾਈ, ਉਹਦਾ ਅਸਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਤੇ ਰਿਹਾ। ਔਰ ਸਾਧ ਸੰਗਤ, ਉਸੇ ਮਾਂ ਨੂੰ ਫਿਰ ਦੁਨੀਆ ਨੇ ਕਿਹਾ ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਇੱਕ ਨੁਕਤਾ ਮੈਂ ਤੁਹਾਨੂੰ ਕਹਿਦਾ, ਤੁਹਾਡੇ ਕੰਮ ਆਏਗਾ, ਕਿਉਂਕਿ ਬਹੁਤ ਸੌਖਾ ਤਰੀਕਾ ਪਾਤਸ਼ਾਹ ਨੇ ਬਾਣੀ ਅੰਦਰ ਭਗਤੀ ਦਾ ਦੱਸਿਆ। ਇਸ ਤੋਂ ਸੌਖੀ ਭਗਤੀ ਹੋਏ ਨਹੀਂ ਸਕਦੀ। ਆਪਾਂ ਗ੍ਰਸਤੀ ਲੋਕ ਹਾਂ, ਔਖਾ ਬੜਾ। ਤੁਹਾਨੂੰ ਮੈਂ ਕਹਾਂ ਹੁਣ ਤੁਸੀਂ ਜਾਓਗੇ, ਅਜੇ ਪ੍ਰਸ਼ਾਦਾ ਛਕੋਗੇ, ਫਿਰ ਸੌਂਦਿਆਂ 1.5 ਘੰਟਾ ਬਤੀਤ ਹੋ ਜਾਣਾ। ਤੁਹਾਨੂੰ ਕਹੀਏ 3:30 ਵਜੇ ਉੱਠ ਕੇ ਬੈਠੋ, ਸਾਡੇ ਨਾਲ ਚੌਂਕੜਾ ਮਾਰੋ, ਨਹੀਂ ਬਹਿ ਸਕਦੇ। ਗ੍ਰਸਤੀ ਔਖਾ ਕੰਮ ਹੈ ਭਾਈ। 2.5 ਘੰਟੇ ਦਾ ਨਿਤਨੇਮ ਕਰੋ ਬਹਿ ਕੇ, ਨਹੀਂ ਹੋ ਸਕਦਾ। ਪਰ ਪਾਤਸ਼ਾਹ ਨੇ ਬਹੁਤ ਸੌਖੀ ਭਗਤੀ ਕੀਤੀ। ਜਦੋਂ ਤੇਰੀ ਨੀਂਦ ਤੋਂ ਜਾਗ ਖੁੱਲੇ, ਇਹਦਾ ਭਾਵ ਅਰਥ ਇਹ ਨਾ ਲੈ ਲਿਓ ਵੀ ਭਾਵੇਂ 10 ਵਜੇ ਖੁੱਲੇ। ਲੇਟ ਤੋਂ ਲੇਟ ਵੀ ਜੇ ਕੋਈ ਜਾਗਦਾ ਹੈ, ਉਹਨੂੰ 6 ਵਜੇ ਤੋਂ ਪਹਿਲਾਂ ਜਾਗ ਜਾਣਾ ਚਾਹੀਦਾ ਹੈ। ਇਹ ਤੁਹਾਡੀ ਤੰਦਰੁਸਤੀ ਸਰੀਰਕ ਤੌਰ ਤੇ ਔਰ ਆਤਮਿਕ ਤੌਰ ਤੇ ਤੁਹਾਨੂੰ ਲਾਭ ਹੋਏਗਾ। ਲੇਟ ਤੋਂ ਲੇਟ ਔਰ ਉੱਠਦਿਆਂ ਸਾਰ ਤੁਹਾਡਾ ਫਸਟ ਵਰਕ, ਪਹਿਲਾ ਕੰਮ ਐਵਰੀ ਡੇ ਹੋਣਾ ਚਾਹੀਦਾ। ਉੱਠਦਿਆਂ ਸਾਰ 5, 10, 20, 50 ਵਾਰ ਪਹਿਲਾਂ ਬਹਿ ਕੇ ਜਪੋ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ। ਹੁਣ ਤਾਂ ਤੁਹਾਨੂੰ ਡਾਕਟਰ ਵੀ ਕਹਿੰਦੇ ਨਾ ਵੀ ਜਦੋਂ ਤੁਸੀਂ ਉੱਠਦੇ ਹੋ, ਪਹਿਲਾਂ ਉੱਠ ਕੇ ਆਪਣੇ ਹੱਥ ਪੈਰ ਥੋੜਾ ਜਿਹਾ ਐਕਸਰਸਾਈਜ਼ ਕਰੋ, ਹਿੱਲੋ। ਇੱਕਦਮ ਬੈੱਡ ਤੋਂ ਨਾ ਉੱਠੋ। ਕਿਉਂ? ਸੁੱਤਿਆਂ ਪਿਆ ਕਈ ਵਾਰ ਜਿਹੜਾ ਬਲੱਡ ਸਰਕੂਲੇਸ਼ਨ ਹੈ ਉਹ ਦਿਮਾਗ ਤੱਕ ਨਹੀਂ ਹੁੰਦਾ, ਤੁਸੀਂ ਡਿੱਗ ਸਕਦੇ ਹੋ, ਹੱਥ ਪੈਰ ਸੌਂ ਸਕਦਾ। ਉਨੀ ਦੇਰ ਉੱਠ ਕੇ 5-4 ਮਿੰਟ ਪਹਿਲਾਂ ਫਸਟ ਵਰਕ ਵਾਹਿਗੁਰੂ ਵਾਹਿਗੁਰੂ ਗੁਰ ਸਤਿਗੁਰ ਕਾਜੋ ਸਿੱਖ ਖਾਏ ਸੋ ਭਲਕੇ ਉਠਰ ਨਾਮ ਧਿਆਵੇ। ਉਸ ਤੋਂ ਬਾਅਦ ਜੇ ਤੁਸੀਂ ਸਾਰੇ ਪਰਿਵਾਰ ਦਾ ਭਲਾ ਚਾਹੁੰਦੇ ਹੋ, ਫਿਰ ਬੀਬੀਓ ਤੁਹਾਨੂੰ ਬੇਨਤੀ ਹੈ, ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਸਭ ਤੋਂ ਪਹਿਲਾਂ ਖਾਣ ਦਾ ਪ੍ਰਬੰਧ ਤੁਸੀਂ ਕਰਦੇ ਹੋ ਵੀ ਨਾਸ਼ਤਾ ਬਣਾ ਲਈਏ, ਚਾਹ ਦਾ ਕੱਪ ਬਣਾ ਲਈਏ, ਜਾਂ ਕੋਈ ਕੌਫੀ ਦੁੱਧ ਬਣਾ ਲਈਏ। ਜਦੋਂ ਤੁਸੀਂ ਚਾਹ ਦੁੱਧ ਕੌਫੀ ਸਵੇਰੇ ਬਣਾਓ, ਮੇਰੀ ਤਾਂ ਸਿੱਧੀ ਕਥਾ ਹੁੰਦੀ ਪਿੰਡਾਂ ਵਾਲੀ, ਦਹੀਂ ਬਣਾਉਣਾ ਆਉਂਦਾ ਭੈਣੋ ਤੁਹਾਨੂੰ? ਕਿਵੇਂ ਬਣਾਈਦਾ? 1 ਚਮਚਾ ਦਹੀਂ ਦਾ 2 ਕਿਲੋ ਦੁੱਧ 'ਚ ਪਾ ਦਿਓ, ਸਵੇਰੇ ਦੁੱਧ ਵੀ ਦਹੀਂ ਬਣ ਜਾਂਦਾ, ਉਹਨੂੰ ਜਾਗ ਲਾਣਾ ਕਹਿੰਦੇ। 1 ਚਮਚਾ ਦਹੀਂ ਦਾ 2 ਕਿਲੋ ਦੁੱਧ 'ਚ ਪਾ ਦਿਓ, ਉਹ ਦੁੱਧ ਵੀ ਜਿਹੜਾ ਉਹ ਦਹੀਂ ਦਾ ਰੂਪ ਲੈ ਜਾਂਦਾ, ਦੁੱਧ ਦਾ ਰੂਪ ਬਦਲ ਗਿਆ। ਇੱਦਾਂ ਸਵੇਰੇ ਉੱਠਦਿਆਂ ਸਾਰ ਜਦੋਂ ਚਾਹ ਦੁੱਧ ਬਣਾਓ ਭੈਣੋ, ਤੁਹਾਨੂੰ ਬੇਨਤੀ ਹੈ, ਅੱਜ ਆਪਾਂ ਧੰਨ ਮਾਤਾ ਭਾਨੀ ਜੀ ਦਾ ਉਹ ਦਿਨ ਮਨਾ ਰਹੇ ਹਾਂ, ਆਪਾਂ ਕੁਝ ਨਾ ਕੁਝ ਸਿੱਖੀਏ, ਇੰਨਾ ਹੀ ਕਰਨ ਲੱਗ ਜਾਈਏ। ਜਦੋਂ ਸਵੇਰੇ ਉੱਠ ਕੇ ਚਾਹ ਦੁੱਧ ਕੌਫੀ ਬਣਾਓ, ਸਿਰ ਢੱਕ ਕੇ ਗੈਸ ਉੱਤੇ ਫਰਾਈ ਵੀਲ 'ਚ ਪਾਣੀ ਰੱਖਣ ਲੱਗਿਆਂ ਕਹਿ ਦਿਆ ਕਰੋ ਸਤਨਾਮ ਸ੍ਰੀ। ਵਿੱਚ ਕੋਈ ਚਾਹ ਪੱਤੀ ਕੋਈ ਹੋਰ ਪਾਇਆ, ਸੌਂਫ ਮਸਾਲਾ, ਉਦੋਂ ਕਹਿਤਾ ਸਤਨਾਮ ਸ੍ਰੀ ਵਾਹਿਗੁਰੂ, ਪੂਰੇ ਧਿਆਨ ਨਾਲ, ਪੂਰੀ ਕੰਸਨਟ੍ਰੇਸ਼ਨ ਨਾਲ। ਜਦੋਂ ਸ਼ੱਕਰ ਖੰਡ ਕੋਈ ਪਾਉਣੀ ਹੈ ਚਮਚਾ, ਫਿਰ ਇੱਕ ਵਾਰ ਕਹਿਤਾ ਸਤਨਾਮ ਸ੍ਰੀ। ਚਾਹ ਦੁੱਧ ਬਣ ਗਈ, ਦੁੱਧ ਪਾਉਣ ਲੱਗਿਆਂ ਵਿੱਚ ਚਾਹ ਦੇ ਇੱਕ ਵਾਰ ਉਦੋਂ ਕਹਿਤਾ ਸਤਨਾਮ ਸ੍ਰੀ।
ਕੱਪਾਂ ਵਿੱਚ ਪਾਉਣ ਲੱਗਿਆਂ ਕਹਿ ਦਿਆ ਕਰੋ ਸਤਨਾਮ ਸ੍ਰੀ। 7-8 ਵਾਰ ਵਾਹਿਗੁਰੂ ਵਾਹਿਗੁਰੂ ਹੋ ਗਿਆ। ਜਦੋਂ ਤੁਸੀਂ ਪੀਣ ਲੱਗੋਗੇ ਨਾ, ਮੇਰਾ ਵਿਸ਼ਵਾਸ ਹੈ 1 ਮਹੀਨੇ ਵਿੱਚ ਤੁਹਾਨੂੰ ਰਿਜ਼ਲਟ ਬੈਕ ਆਉਣਗੇ। 1 ਮਹੀਨੇ ਵਿੱਚ ਰਿਜ਼ਲਟ ਆਉਂਦੇ ਨੇ, ਚੰਗੇ ਕੰਮ ਦੇ ਵੀ ਆਉਣੇ ਨੇ, ਮਾੜੇ ਦੇ ਵੀ ਆਉਣੇ। 1 ਮਹੀਨੇ ਵਿੱਚ ਤੁਹਾਨੂੰ ਰਿਜ਼ਲਟ ਬੈਕ ਆਉਣ ਲੱਗ ਪੈਣਗੇ। ਜਿੰਨੇ ਘਰ ਦੇ ਮੈਂਬਰ ਸਵੇਰੇ ਚਾਹ ਦੁੱਧ ਦਾ ਕੱਪ ਫੜਨਗੇ, ਉਹ ਸਾਧ ਸੰਗਤ ਪੀਣ ਲੱਗਿਆ ਸਾਰਾ ਪਰਿਵਾਰ ਫਿਰ ਕਹਿਣ ਲੱਗ ਜਾਏਗਾ ਸਤਨਾਮ ਸ੍ਰੀ। ਮੈਂ ਤਾਂ ਜਿਹੜੀਆਂ ਛੋਟੀ ਉਮਰ ਦੀਆਂ ਬੱਚੀਆਂ ਬੀਬੀਆਂ ਜਿਨ੍ਹਾਂ ਦੇ ਬੱਚੇ ਛੋਟੇ ਨੇ, ਚਲੋ ਆਪਾਂ ਸਾਰੇ ਹੀ ਭੈਣ ਭਰਾ ਪਰਿਵਾਰ ਬੈਠੇ, ਆਪਣਾ ਭਲਾ ਹੋਵੇ, ਆਪਾਂ ਗੁਰਮਤਿ ਸਿੱਖਣ ਆਏ ਆ। ਜਿਹੜੀਆਂ ਭੈਣਾਂ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਦੁੱਧ ਪਿਲਾਉਂਦੀਆਂ ਨੇ, ਚਾਹੇ ਬਣਾ ਕੇ ਪਿਲਾਉਂਦੇ ਹੋ ਨਿੱਪਲ ਵਿੱਚ, ਚਾਹੇ ਤੁਸੀਂ ਆਪਣੀ ਫੀਡ ਆਪਣਾ ਦੁੱਧ ਦਿੰਦੇ ਹੋ, ਉਨੀ ਦੇਰ ਮਾਂ ਦਾ ਫਰਜ਼ ਬਣਦਾ ਉਹ ਬੋਤਲ ਦਾ ਦੁੱਧ ਬਣਾਉਣ ਲੱਗਿਆਂ ਜਾਂ ਆਪਣਾ ਦੁੱਧ ਪਿਲਾਉਣ ਲੱਗਿਆਂ ਵਾਹਿਗੁਰੂ ਵਾਹਿਗੁਰੂ ਕਰੇ, ਮੂਲ ਮੰਤਰ ਪੜ੍ਹੇ। ਹੋਏ ਨਹੀਂ ਸਕਦਾ ਤੁਹਾਡਾ ਬੱਚਾ ਜਿਹੜਾ ਉਹ ਵੱਡਾ ਹੋ ਕੇ ਵਾਹਿਗੁਰੂ ਨਾ ਜਪੇ। ਤੁਸੀਂ ਉਹਦੇ ਰਾਹੀਂ ਬਹੁਤ ਕੁਝ ਦੇਣਾ। ਬੱਚਾ ਜਿੱਦ ਕਰਦਾ ਜੀ, ਕੱਲ ਕਲੇਸ਼ ਕਰਦਾ। 8 ਸਾਲ ਦਾ ਬੱਚਾ, ਉਹਨੇ ਘਰ ਦੀ LCD TV ਭੰਨ ਦਿੱਤਾ। ਮੇਰੇ ਕੋਲ ਲੋਕਾਂ ਦੇ ਸਵਾਲ ਆਉਂਦੇ ਨੇ। ਉਹ ਬੱਚੇ ਦਾ ਕ੍ਰੋਧ ਨਹੀਂ ਹੈ, ਉਹ ਮਾਂ ਪਿਓ ਦਾ ਕ੍ਰੋਧ ਹੈ। ਉਹਨੇ ਦੁਖੀ ਹੋ ਕੇ ਕ੍ਰੋਧ ਵਿੱਚ ਬੱਚੇ ਨੂੰ ਦੁੱਧ ਪਿਲਾਇਆ ਹੋਇਆ। ਹੁਣ ਉਹਦੇ ਬਲੱਡ ਚੋਂ ਦੁੱਧ ਕੌਣ ਉਹ ਕ੍ਰੋਧ ਕੱਢਦਾ ਹੈਗਾ ਬਾਹਰ। ਇਸ ਲਈ ਤੁਹਾਨੂੰ ਬੇਨਤੀ ਹੈ, ਚਾਹ ਦੁੱਧ ਬਣਾਉਣ ਲੱਗਿਆਂ ਕਹਿ ਦਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। 1 ਮਹੀਨੇ ਵਿੱਚ ਰਿਜ਼ਲਟ ਬੈਕ ਆਉਣਗੇ। ਘਰ ਦੇ ਸਾਰੇ ਮੈਂਬਰ ਸਵੇਰੇ ਚਾਹ ਦੁੱਧ ਪੀਣ ਲੱਗਿਆਂ ਜਪਣ ਲੱਗ ਪੈਣਗੇ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਸਾਰੇ ਮੈਂਬਰ ਵਾਹਿਗੁਰੂ ਕਹਿਣ ਲੱਗ ਜਾਣ, ਫਿਰ ਤਾਂ ਗੁਰੂ ਨੇ ਲਿਖ ਕੇ ਹੀ ਦੇ ਦਿੱਤਾ ਨਾ ਤੁਹਾਨੂੰ। ਹੁਣ ਤਾਂ ਕੋਈ ਗਰੰਟੀ ਲੈਣ ਦੀ ਲੋੜ ਹੀ ਨਹੀਂ, ਲਿਖ ਕੇ ਦੇ ਦਿੱਤਾ ਤੁਹਾਨੂੰ ਕਿ ਸਿਮਰੋ ਸਿਮਰ ਸਿਮਰ ਸੁਖ ਪੜੋ ਕਲ ਕਲੇਸ਼ ਤਨ ਨਹੀਂ ਹੋਣਗੇ। ਕੱਲ ਕਲੇਸ਼ ਤਨ ਮਨ ਦੇ ਕੱਲ ਕਲੇਸ਼ ਮਿਟਣਗੇ। ਤੁਸੀਂ ਜਪ ਕੇ ਵੇਖ ਲਓ ਸਤਨਾਮ ਸ੍ਰੀ। ਭੈਣੋ ਕਰ ਲਓਗੇ ਵੀ ਕੱਲ ਤੋਂ ਇੰਨਾ ਕੰਮ ਕਰ ਲਓਗੇ ਭੈਣੋ। ਸਵੇਰੇ ਉੱਠ ਕੇ ਜਦੋਂ ਚਾਹ ਦੁੱਧ ਬੱਚਿਆਂ ਲਈ ਪਰਿਵਾਰ ਲਈ ਬਣਾਉਣਾ, ਉਨੀ ਦੇਰ ਸਿਰ ਢੱਕ ਕੇ 5-7 ਵਾਰ ਸਤਨਾਮ ਵਾਹਿਗੁਰੂ ਕਹਿਣਾ। ਕਹਿ ਦੋਗੇ ਵੀ ਹੱਥ ਖੜੇ ਕਰ ਦਿਓ, ਮੈਨੂੰ ਵੀ ਵਿਸ਼ਵਾਸ ਹੋ ਜਾਏ। ਬੋਲੇ ਸੋ ਨਿਹਾਲ। ਤੇ ਨਾਲ ਭੈਣੋ ਇਹ ਵੀ ਬੇਨਤੀ ਹੈ, ਮੈਨੂੰ ਪਤਾ ਤੁਸੀਂ ਥੱਕ ਗਏ ਹੋਣ, ਨਾਲ ਇਹ ਵੀ ਬੇਨਤੀ ਹੈ ਵੀ ਜਿਹੜੀਆਂ ਬੀਬੀਆਂ ਸਵੇਰੇ ਬੰਦਿਆਂ ਕੋਲੋਂ ਚਾਹ ਬਣਵਾਉਣੀਆਂ, ਉਹ ਬੰਦਿਆਂ ਨੂੰ ਕਹਿ ਦਿਓ। ਕਈ ਬੰਦਿਆਂ ਕੋਲੋਂ ਵੀ ਚਾਹ ਕੌਫੀ ਬਣਾਉਣੀ ਨਾ, ਸਵੇਰ ਦੀ ਡਿਊਟੀ ਬੰਦਿਆਂ ਦੀ। ਉਹ ਮਾੜੀ ਗੱਲ ਨਹੀਂ ਹੈ ਸਵੇਰੇ ਚਾਹ ਬਣਾਉਣੀ, ਪਰ ਕਹਿ ਦਿਓ ਨਾਲ ਵੇ ਭਾਈ ਸਾਹਿਬ ਕਹਿ ਕੇ ਗਏ ਆ ਸਰਦਾਰ ਜੀ, ਜੇ ਸਵੇਰੇ ਚਾਹ ਤੁਸੀਂ ਬਣਾਉਣੀ ਤੇ ਸਤਨਾਮ ਵਾਹਿਗੁਰੂ ਵੀ ਤੁਸੀਂ ਕਹਿਣਾ। ਨਾਮ ਜਪੋ, ਬਾਣੀ ਪੜੋ, ਸਾਡਾ ਤੇ ਸਾਡੇ ਬੱਚਿਆਂ ਦਾ ਜ਼ਰੂਰ ਭਲਾ ਹੋਏਗਾ। ਪਾਤਸ਼ਾਹ ਨੇ ਲਿਖ ਕੇ ਦਿੱਤਾ, ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਆਓ ਉਸ ਧੰਨ ਜਨਨੀ ਮਾਂ ਨੂੰ ਆਪਾਂ ਚੇਤੇ ਕਰ ਰਹੇ ਹਾਂ। ਇੱਕ ਵਾਰ ਚਿੱਤ ਜੋੜ ਕੇ ਪਿਆਰ ਨਾਲ ਫਿਰ ਉਹੀਓ ਪੰਕਤੀ ਪੜ੍ਹੀਏ ਜਿੱਥੋਂ ਆਪਾਂ ਕਥਾ ਸ਼ੁਰੂ ਕੀਤੀ ਸੀ। ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਜਪੇ ਫਿਰ ਸੰਕਟ ਜੋਨ ਗਰਭ ਨਾ ਆਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ, ਜਪਿਓ ਜਿਨ, ਜਪਿਓ ਜਿਨ ਅਰਜਨ ਦੇਵ ਗੁਰੂ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ, ਤੁਹਾਡੀ ਸਾਰਿਆਂ ਦੀ ਹਾਜ਼ਰੀ ਦਰਗਾਹੀਂ ਪ੍ਰਵਾਨ ਹੋਵੇ। ਅਸੀਸ ਦਿਓ ਸਾਧ ਸੰਗਤ, ਅਸੀਂ ਇਕੱਲੇ ਕਹਿਣ ਜੋਗੇ ਨਾ ਰਹਿ ਜਾਈਏ। ਆਪਣੀ ਚਰਨ ਧੂੜ ਬਖਸ਼ਿਓ ਤਾਂ ਜੋ ਸਾਡਾ ਵੀ ਜੀਵਨ ਜਨਮ ਸਫਲ ਹੋਵੇ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨਦਰ ਕਿਰਪਾ ਕਰਨ, ਆਪਾਂ ਸਾਰਿਆਂ ਨੂੰ ਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣ। ਗੁਰੂ ਅੱਗੇ ਅਰਦਾਸ ਕਰਿਓ, ਫਿਰ ਪਾਤਸ਼ਾਹ ਸਾਡੀ ਵੀ ਬਾਂਹ ਫੜਨਗੇ ਔਰ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਗੁਰੂ ਲੈਂਦੇ ਨੇ। ਆਪਾਂ ਗੁਰੂ ਨੂੰ ਕਹਿਣਾ, ਪਾਤਸ਼ਾਹ ਸਾਡਾ ਪਰਿਵਾਰ ਆਪਣੇ ਵਿਹੜੇ 'ਚ ਚੜਾ ਲਓ। ਖੰਡੇ ਵਾਟੇ ਦੀ ਪੌਲ ਤਿਆਰ ਹੋਣੀ ਹੈ,
13 ਔਰ 14 ਅਪ੍ਰੈਲ ਨੂੰ ਕੇਸਗੜ੍ਹ ਸਾਹਿਬ ਵੀ। ਤੁਹਾਨੂੰ ਬੇਨਤੀ ਹੈ ਵਿਸਾਖੀ ਦੇ ਮਹਾਨ ਪੁਰਬ ਤੇ ਆਪਾਂ ਪੂਰੇ ਪਰਿਵਾਰ ਨੂੰ ਅੰਮ੍ਰਿਤ ਛਕਾਈਏ। ਆਪਣੇ ਬੱਚਿਆਂ ਨੂੰ ਲੈ ਕੇ ਜਾਓ, ਛੋਟੇ ਨੇ ਤਾਂ ਵੀ ਅੰਮ੍ਰਿਤ ਛਕਾ ਦਿਓ। ਕਿਉਂ ਭਾਈ? ਗੁਰੂ ਦੇ ਹਵਾਲੇ ਕਰ ਦੇਣਾ। ਸਾਡੀ ਅਕਲ ਨਾਲ ਨਹੀਂ ਬੱਚੇ ਸਹੀ ਜਾ ਸਕਦੇ। ਗੁਰੂ ਨੇ ਜਿੱਦਣ ਜ਼ਿੰਮੇਵਾਰੀ ਲੈ ਲਈ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਵੇੜੇ। ਆਪਾਂ ਗੁਰੂ ਤੇ ਭਰੋਸਾ ਰੱਖ ਕੇ ਗੁਰੂ ਵਾਲੇ ਬਣਨਾ। ਫਿਰ ਪਾਤਸ਼ਾਹ ਕਰਨਗੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਭਉ ਆਪੇ ਮੇਲੇ। ਸਮੁੱਚੇ ਪ੍ਰਬੰਧਕਾਂ ਦਾ ਧੰਨਵਾਦ, ਗਿਆਨੀ ਸੰਦੀਪ ਸਿੰਘ ਜੀ ਦਾ ਧੰਨਵਾਦ, ਸਾਰੀ ਸੰਗਤ ਦਾ ਧੰਨਵਾਦ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਦਿਓ ਅਸੀਸ, ਫਤਿਹ ਬੁਲਾਓ।